गुरु वाहेगुरु 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 वाहेगुरु। वाहिगुरु। गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे गुरबाणी गुरु विच जो सतगुरां ने सानू उपदेश बख्शिश कीता है, सानू समझाउंदे भी जो गुरमुख ने गुरमुखां दा जीवन की है। जिहड़ा मनमुख है, मनमुख दा जीवन किहो जिहा है। सानू गुरबाणी गुरु विच ये दोवें भेद दिते ने, गुरमुख दा भी जीवन दस्सिया ते मनमुख दा भी दस्सिया। हुण जदों असीं मनमुख हो जांदे, गुरु की मत नहीं लेंदे, आपदी मत द्वारा चलते, फिर जो करता पुरख है परमात्मा जिन्हें सानू पैदा किया, जो सानू सारियां सुख सहूलतां दिंदा, जो भी देता उन्हें सानू मालक नहीं देता है, जो भी सब मालक ही दिंदा। हुण जदों आपदी दिती हुई कोई वस्तु वापस लै लैंदा जां जो असीं मंगदे हां सानू कदे नहीं दिंदा, फिर जिहड़ा मनमुख है वो रोस करदा। महाराज कहंदे भी जदों रोस करदा है भी जे जो मालक ने दित्तियां जे उन्हां नूं भी वापस लै लवे, फिर असीं की कर सकदे? साडा कोई उहदे अगे चारा थोड़ी है, साडा कोई जोर थोड़ी है। महाराज इसलिए फरमाउंदे 10 वस्तु ले पाछे पावे, एक कारण वखोट गवावे, एक भी ना दे 10 भी हर ले, तो मूड़ा कहो कहा करी। जिस ठाकर से नाही चारा ताको कीजे सद नमस्कार। बई जो भी देता मालक नहीं देता, पर अज्ञानी माने जिहड़ा रोस करता। ते सानू कहंदे भी साडा कीता होया रोस
ਇਹ ਸਾਡੇ ਕਿਸੇ ਕੰਮ ਆਉਣ ਵਾਲਾ ਨਹੀਂ, ਕਿਉਂਕਿ ਖੇਲ ਹੈ ਮਾਲਕ ਦਾ। ਤੇ ਇਹੋ ਤਾਂ ਸਾਨੂੰ ਸਮਝਾਇਆ ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ, ਬਈ ਅਸੀਂ ਮਾਲਕ ਦੇ ਹੁਕਮ ਦੇ ਵਿੱਚ ਆਉਣਾ। ਤੇ ਜਦੋਂ ਜੀਵ ਮਨਮੁਖ ਹੋਇਆ ਹੁੰਦਾ ਉਦੋਂ ਕੀ ਕਹਿੰਦਾ? ਉਹ ਕਹਿੰਦਾ ਵੀ ਜਿਵੇਂ ਮੈਂ ਕਹਿੰਦਾ ਉਵੇਂ ਹੋਣਾ ਚਾਹੀਦਾ। ਬਈ ਜੇ ਤਾਂ ਮੇਰੇ ਆਖੇ ਮੁਤਾਬਕ ਹੁੰਦਾ ਹੈ ਫਿਰ ਤਾਂ ਮੈਂ ਮੰਨਦਾ ਵੀ ਰੱਬ ਹੈਗਾ, ਜੇ ਨਹੀਂ ਹੁੰਦਾ ਤਾਂ ਮੈਂ ਰੱਬ ਨੂੰ ਮੰਨਦਾ। ਹੁਣ ਕਈ ਜੀਵ ਆਪਾਂ ਸੰਸਾਰ 'ਚ ਦੇਖੇ ਐਸੇ ਵੀ ਜਿਹੜੇ ਕਹਿੰਦੇ ਵੀ ਪਹਿਲਾਂ ਅਸੀਂ ਬਹੁਤ ਸੇਵਾ ਜਾਂ ਅਸੀਂ ਬਹੁਤ ਗੁਰਬਾਣੀ ਪੜ੍ਹਦੇ ਸੀ, ਪਰ ਅਸੀਂ ਹੁਣ ਨਹੀਂ ਕਰਦੇ। ਉਹਨੂੰ ਪੁੱਛੀਏ ਵੀ ਹੁਣ ਕਾਹਤੋਂ ਨਹੀਂ ਕਰਦੇ? ਕਹਿੰਦੇ ਹੁਣ ਸਾਨੂੰ ਭਰੋਸਾ ਨਹੀਂ ਰਿਹਾ। ਬਈ ਕਿਉਂਕਿ ਜਿਸ ਵਾਸਤੇ ਕਰਦੇ ਸੀ ਬਈ ਸਾਨੂੰ ਉਹ ਵਸਤੂ ਤਾਂ ਮਿਲੀ ਨਹੀਂ, ਕਿਉਂਕਿ ਵਿੱਚ ਸਵਾਰਥ ਰੱਖਿਆ ਹੋਇਆ ਸੀ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਵੀ ਛੱਡਣਾ ਤਾਂ ਅਸੀਂ ਇਸ ਸਰੀਰ ਨੂੰ ਸਿੱਖਣਾ ਸੀ, ਜਿਉਂਦੇ ਜੀ ਅਸੀਂ ਮਰਨਾ ਸਿੱਖਣਾ ਸੀ, ਦੇਹ ਤੋਂ ਵਧੇ ਹੋਣਾ ਸਿੱਖਣਾ ਸੀ। ਛੱਡਣਾ ਤਾਂ ਅਸੀਂ ਆਪਦੀ ਮੱਤ ਨੂੰ ਸੀ, ਪਰ ਆਪਦੀ ਮੱਤ ਤਾਂ ਛੱਡੀ ਨਹੀਂ। ਗੁਰਬਾਣੀ ਗੁਰੂ ਨੂੰ ਹੀ ਛੱਡ ਦਿੱਤਾ ਵੀ ਸਾਨੂੰ ਤਾਂ ਜੀ ਭਰੋਸਾ ਹੀ ਨਹੀਂ। ਹੁਣ ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਬਈ ਜੋ ਦਿੱਤਾ ਮਾਲਕ ਨੇ ਦਿੱਤਾ, ਤੇ ਜਦੋਂ ਫਿਰ ਕੋਈ ਵਸਤੂ ਸਾਨੂੰ ਨਹੀਂ ਮਿਲਦੀ ਜਾਂ ਸਾਨੂੰ ਦਿੱਤੀ ਹੋਈ ਉਹ ਵਾਪਸ ਸੰਸਾਰ 'ਚੋਂ ਚਲੀ ਜਾਂਦੀ ਹੈ, ਫਿਰ ਜਿਹੜਾ ਅਗਿਆਨੀ ਮਨ ਹੈ ਉਹ ਰੋਸ ਕਰਦਾ। ਤੇ ਮਹਾਰਾਜ ਕਹਿੰਦੇ ਤੇਰਾ ਰੋਸ ਕੀਤਾ ਹੋਇਆ ਕਿਸੇ ਕੰਮ ਨਹੀਂ ਹੈ। ਜੋ ਉਹਨੇ ਦਿੱਤਾ ਸਾਰਾ ਮਾਲਕ ਨੇ ਦਿੱਤਾ ਹੈ, ਤੇ ਜਿਹੜਾ ਪਹਿਲਾਂ ਹੋਰ ਦਿੱਤਾ ਹੋਇਆ ਜੇ ਉਹ ਵੀ ਤੂੰ ਇਹ ਤੋਂ ਵਾਪਸ ਲੈ ਲਵੇ ਫਿਰ ਤੂੰ ਕੀ ਕਰੇਂਗਾ? ਸੋ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਬਈ ਅਸੀਂ ਇਹ ਸਿੱਖਣਾ ਗੁਰੂ ਦੀ ਮੱਤ ਦੁਆਰਾ, ਬਈ ਇਹ ਸੰਸਾਰ ਦੇ ਵਿੱਚ ਅਸੀਂ ਇਕੱਲੇ ਆਏ ਹਾਂ ਤੇ ਇਕੱਲਿਆਂ ਨੇ ਵਾਪਸ ਜਾਣਾ, ਤੇ ਇੱਥੇ ਸਾਡਾ ਕੁਛ ਹੈ ਨਹੀਂ ਹੈ। ਸਾਨੂੰ ਇੱਥੇ ਰਾਖੇ ਬਣਾ ਕੇ ਭੇਜਿਆ ਜਾਂਦਾ ਖੇਤ ਦੇ ਉੱਤੇ ਵੀ ਤੁਸੀਂ ਰਾਖੇ ਬਣ ਕੇ ਚੱਲੇ ਹੋ, ਤੇ ਤੁਸੀਂ ਇਹ ਨਹੀਂ ਸਮਝਣਾ ਵੀ ਖੇਤ ਮੇਰਾ ਹੈ, ਤੁਸੀਂ ਮਾਲਕ ਨਹੀਂ ਬਣਨਾ। ਉੱਥੇ ਜਾ ਕੇ ਤੁਸੀਂ ਨੌਕਰ ਬਣ ਕੇ ਚੱਲੇ। ਇਸ ਤਰ੍ਹਾਂ ਇੱਥੇ ਰਹਿਣਾ ਜਿਉਂ ਰਾਖਾ, ਖੇਤ ਉੱਪਰ ਪਰਾਈ, ਖੇਤ ਖਸਮ ਕਾ ਰਾਖਾ ਉੱਠ ਜਾਏ। ਹੁਣ ਜੇ ਤਾਂ ਅਸੀਂ ਨੌਕਰ ਬਣ ਕੇ ਚੱਲਾਂਗੇ, ਨੌਕਰ ਨੂੰ ਕੋਈ ਫਿਕਰ ਨਹੀਂ, ਨੌਕਰ ਨੂੰ ਕੋਈ ਚਿੰਤਾ ਨਹੀਂ। ਨੌਕਰ ਨੂੰ ਤਾਂ ਮਾਲਕ ਨੇ ਜਿਹੜਾ ਕੰਮ ਦਿੱਤਾ ਹੈ ਉਹਨੇ ਤਾਂ ਉਹ ਕੰਮ ਕਰਨਾ। ਨੌਕਰ ਨੇ ਆਪਦੀ ਮੱਤ ਨਹੀਂ ਵਰਤਣੀ। ਨੌਕਰ ਨੂੰ ਜੋ ਆਖੇਗਾ ਮਾਲਕ ਵੀ ਆਹ ਕਰ, ਉਹਨੇ ਉਹ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮਾਲਕ ਆਖੇ ਵੀ ਇਹ ਨਹੀਂ ਕਰਨਾ, ਇਹਨੂੰ ਛੱਡ ਉਹ ਕਰ, ਉਹਨੇ ਉਹ ਕਰਨ ਲੱਗ ਜਾ। ਜੇ ਹੁਣ ਉਹ ਆਪਦੀ ਮੱਤ ਵਰਤ ਵੀ ਨਹੀਂ ਜੀ ਮੈਂ ਤਾਂ ਆਹੀ ਕਰਨਾ, ਤੇ ਮਾਲਕ ਕਹੇਗਾ ਵੀ ਮੈਨੂੰ ਇਹੋ ਜਿਹੇ ਨੌਕਰ ਦੀ ਲੋੜ ਨਹੀਂ। ਸੋ ਇਸ ਵਾਸਤੇ ਫਿਰ ਸਮਝਾਉਂਦੇ ਵੀ ਅਸੀਂ ਇੱਥੇ ਨੌਕਰ ਬਣ ਕੇ ਆਏ, ਖੇਤ ਮਾਲਕ ਦਾ ਹੈ। ਸਾਨੂੰ ਜਿਹੜਾ ਇੱਥੇ ਆ ਕੇ ਆਖਿਆ ਵੀ ਤੁਸੀਂ ਕਰਮ ਕਰਨਾ, ਤੇ ਜਿਹੜਾ ਕਰਮ ਦਾ ਫਲ ਹੈ ਉਹ ਜਦੋਂ ਅਸੀਂ ਵਾਪਸ ਆਪਦੇ ਘਰ ਜਾਵਾਂਗੇ ਸਾਨੂੰ ਘਰ ਗਿਆ ਨੂੰ ਫਲ ਮਿਲੇਗਾ। ਸਾਡਾ ਉਸੇ ਗਿਆਨ ਦਾ ਕਰਮ ਦਾ ਫੈਸਲਾ ਕੀਤਾ ਜਾਂਦਾ। ਫਰਮਾਉਂਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸੱਚੇ ਦਰਬਾਰ 'ਚ ਸਾਡਾ ਕਰਮ ਦਾ ਫੈਸਲਾ ਹੁਣ ਵੀ ਜੋ ਇਹਨਾਂ ਨੂੰ ਕਰਮ ਦਿੱਤਾ ਸੀ ਇਹਨਾਂ ਨੇ ਉੱਥੇ ਰਹਿ ਕੇ ਕੀਤਾ ਵੀ ਕਿ ਨਹੀਂ ਕੀਤਾ। ਗੁਰੂ ਦੀ ਮੱਤ ਲੈ ਕੇ ਚੱਲੇ ਜਾਂ ਆਪਦੀ ਮੱਤ ਦੁਆਰਾ ਜਾ ਕੇ ਉੱਥੇ ਮਾਲਕ ਬਣ ਕੇ। ਹੁਣ ਜਿਹੜਾ ਮਨਮੁਖ ਹੈ ਉਹਨੂੰ ਨਹੀਂ ਪਤਾ ਵੀ ਮੈਂ ਕਿੱਥੋਂ ਆਇਆ, ਕਿਹਨੇ ਮੈਨੂੰ ਭੇਜੀ।
ਕਾਹਦੇ ਵਾਸਤੇ ਆਏ। ਉਹ ਇੱਥੇ ਆ ਕੇ ਮਾਲਕ ਬਣ ਜਾਂਦਾ ਵੀ ਇਹ ਸਰੀਰ ਮੇਰਾ ਹੈ। ਫਿਰ ਇਹਨੂੰ ਤਾਂ ਆਪਦਾ ਸਮਝਦੇ, ਫਿਰ ਦੂਜਿਆਂ ਨੂੰ ਵੀ ਆਪਦਾ ਸਮਝਦਾ ਵੀ ਉਹ ਵੀ ਖੇਤ ਮਿਲਦਾ, ਵੀ ਆ ਮੇਰੇ ਮਾਂ ਪਿਓ ਨੇ, ਇਹ ਮੇਰੇ ਭੈਣ ਭਰਾ, ਇਹ ਮੇਰੇ ਧੀਆਂ ਪੁੱਤਰ, ਇਹ ਵੀ ਮੇਰੇ ਨੇ। ਫਿਰ ਜਦੋਂ ਅਸੀਂ ਇਸ ਤਰ੍ਹਾਂ ਕਹਿੰਦੇ ਵੀ ਸਾਡੇ ਨੇ, ਮੇਰਾ, ਫਿਰ ਸਾਨੂੰ ਦੁੱਖ ਸੁੱਖ ਸ਼ੁਰੂ ਹੋ ਜਾਂਦਾ, ਫਿਰ ਸਾਨੂੰ ਮੇਰ ਤੇਰ ਸ਼ੁਰੂ ਹੋ ਜਾਂਦੀ। ਫਿਰ ਅਸੀਂ ਨੌਕਰ ਨਹੀਂ ਰਹਿੰਦੇ, ਫਿਰ ਅਸੀਂ ਮਾਲਕ ਬਣ ਗਏ। ਜਦੋਂ ਮਾਲਕ ਬਣ ਗਏ, ਫਿਰ ਮਾਲਕ ਦਾ ਖੇਤ ਹੈ, ਅਤੇ ਜਦੋਂ ਉਹ ਵਾਪਸ ਬੁਲਾਉਂਦਾ ਤਾਂ ਫਿਰ ਅਸੀਂ ਦੁਖੀ ਹੁੰਦੇ ਵੀ ਸਾਡਾ ਅਸੀਂ ਕਾਹਤੋਂ ਚੱਲਾ ਗਏ। ਅਤੇ ਮਹਾਰਾਜ ਕਹਿੰਦੇ ਵੀ ਤੁਹਾਨੂੰ ਤਾਂ ਪਹਿਲਾਂ ਹੀ ਸਮਝਾਇਆ ਵੀ ਤੁਹਾਡਾ ਤਾਂ ਇਹ ਸਰੀਰ ਵੀ ਨਹੀਂ, ਤੁਸੀਂ ਦੂਜਿਆਂ ਨੂੰ ਵੀ ਆਪਦਾ ਸਮਝਦੇ, ਤੁਹਾਡਾ ਤਾਂ ਇਹ ਵੀ ਨਹੀਂ ਖੇਤ, ਇਹ ਵੀ ਤੁਸੀਂ ਰਖਵਾਲੇ ਬਣ ਕੇ ਆਏ ਹੋ, ਨੌਕਰ ਬਣ ਕੇ ਆਏ। ਹੁਣ ਅਸੀਂ ਇਹਨੂੰ ਤਾਂ ਆਪਦਾ ਸਮਝਦੇ, ਅਸੀਂ ਦੂਜਿਆਂ ਨੂੰ ਵੀ ਆਪਦਾ ਸਮਝਦੇ, ਉਹਨਾਂ ਦੇ ਵੀ ਆਪਦਾ ਹੱਕ ਜਤਾਉਂਦੇ ਹਾਂ ਵੀ ਸਾਡਾ ਇਹ 'ਚ। ਫਿਰ ਇਸ ਅਵਸਥਾ 'ਚ ਸਾਨੂੰ ਦੁੱਖ ਹੁੰਦਾ, ਫਿਰ ਅਸੀਂ ਦੋਸ਼ ਰੱਬ ਨੂੰ ਦਿੰਦੇ ਹਾਂ, ਪਰਮਾਤਮਾ ਨੂੰ। ਅਤੇ ਸਾਨੂੰ ਤਾਂ ਪਹਿਲਾਂ ਹੀ ਸਮਝਾਇਆ ਹੋਇਆ ਵੀ ਜੋ ਵੀ ਸੰਸਾਰ 'ਚ ਜੀਵ ਆਇਆ ਹੈ, ਉਹਨੂੰ ਗਿਣਤੀ ਦਾ ਸਮਾਂ, ਸਵਾਸਾਂ ਦਾ ਧਨ ਦਿੱਤਾ ਹੈ। ਇੱਕ ਸਵਾਸ ਵੀ ਵਧਣਾ ਘਟਣਾ ਨਹੀਂ। ਗਣ ਘਾਲੀ ਸਭ ਦਿਵਸਾਸ ਨੇ ਵੱਢਣ ਘਟਣ ਤਿਲ ਸਾਰ, ਵੀ ਇੱਕ ਤਿਲ ਮਾਤਰ ਵੀ ਇਹਨਾਂ ਦੇ ਵਿੱਚ ਵਾਧਾ ਘਟਦਾ। ਜਦੋਂ ਸਮਾਂ ਦਿੱਤਾ ਹੋਇਆ ਖਤਮ ਹੋਇਆ, ਵਿਧ ਬਣਨੀ ਕੋਈ ਨਾ ਕੋਈ। ਕਿਹੜੀ ਵਿਧ ਬਣਦੀ ਏ, ਉਹ ਕੀ ਕਾਰਨ ਬਣਦਾ ਦੇਹ ਨੂੰ ਛੱਡਣ ਦਾ, ਉਹ ਵੀ ਕਰਤੇ ਬਸ, ਕਾਰਨ ਕਰਤੇ ਵਾਸੇ। ਹੁਣ ਆਪਾਂ ਨੂੰ ਤਾਈਆਂ ਸਮਝਾਉਂਦੇ ਵੀ ਅੰਤ ਸਮਾਂ ਕੋਈ ਪਤਾ ਨਹੀਂ ਕਦੋਂ ਆ ਜਾਣਾ ਅਤੇ ਕਿਵੇਂ ਆਉਣਾ। ਬਈ ਇਹ ਸਰੀਰ ਨੂੰ, ਸਾਡੇ ਨੂੰ ਕੋਈ ਰੋਗ ਲੱਗਣਾ ਹੈ, ਜਾਂ ਅਸੀਂ ਕਿਤੇ ਜਾ ਰਹੇ ਹਾਂ, ਰਸਤੇ 'ਚ ਕੋਈ ਹਾਦਸਾ ਹੋਣਾ ਹੈ, ਕਿਤੇ ਐਕਸੀਡੈਂਟ ਹੋਣਾ ਹੈ, ਜਾਂ ਸਾਡੀ ਮੌਤ ਪਾਣੀ 'ਚ ਡੁੱਬ ਕੇ ਹੋਣੀ ਹੈ, ਜਾਂ ਅੱਗ ਨਾਲ ਸੜ ਕੇ ਹੋਣੀ ਹੈ, ਜਾਂ ਕੀ ਕਾਰਨ ਬਣਨਾ, ਇਹ ਕਰਤੇ ਦੇ ਵੱਸ। ਮਹਾਰਾਜ ਕਹਿੰਦੇ ਵੀ ਜੇ ਸਾਡੇ ਹਿਰਦੇ ਵਿੱਚ ਮਾਲਕ ਵਸਿਆ ਹੋਵੇਗਾ, ਫਿਰ ਸਾਨੂੰ ਅੱਗੇ ਸੌਖਾ ਹੀ ਸੁੱਖ, ਫਿਰ ਅਸੀਂ ਆਪਦੇ ਘਰ ਚਲੇ ਜਾਵਾਂਗੇ ਦੁੱਖਾਂ ਦੇ ਘਰ ਨੂੰ ਛੱਡ ਕੇ। ਸਤਿਗੁਰੂ ਇਸ ਲਈ ਫਰਮਾਉਂਦੇ, ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬਈ ਜੇ ਸਾਨੂੰ ਮਾਲਕ ਨਾ ਵਿਸਰੇ, ਨਾ ਭੁੱਲੇ, ਤੇ ਸਹਿਲਾ ਹੁੰਦਾ ਸੌਖਾ, ਫਿਰ ਅੱਗੇ ਸੌਖਾ। ਨਹੀਂ ਤਾਂ ਸੰਸਾਰ 'ਚ ਤਾਂ ਜੀਵ ਕਹਿੰਦਾ ਨਾ ਵੀ ਇਹ ਦੇਹ ਛੱਡ ਗਿਆ ਤੇ ਚਲਾ ਗਿਆ। ਅਸਲ ਮੁਸੀਬਤ ਸਾਡੇ 'ਤੇ ਉਦੋਂ ਹੀ ਪੈਂਦੀ ਜਦੋਂ ਅਸੀਂ ਦੇਹ ਛੱਡਦੇ। ਉਦੋਂ ਕਹਿੰਦੇ ਔਖੀ ਘੜੀ ਆ ਗਈ, ਉਦੋਂ ਕਹਿੰਦੇ ਹੁਣ ਪਤਾ ਲੱਗਣਾ ਬਈ ਇਹ ਔਖੀ ਘੜੀ ਦੇ ਵਿੱਚ ਸਾਡਾ ਸਾਥ ਕੌਣ ਦਿੰਦਾ। ਜਿਨ੍ਹਾਂ ਨੂੰ ਅਸੀਂ ਆਪਦੇ ਕਹਿੰਦੇ ਉਹ ਤਾਂ ਸਾਡਾ ਅੱਗੇ ਸਾਥ ਦਿੰਦੇ ਹੀ ਨਹੀਂ, ਉਹ ਤਾਂ ਸਾਰੇ ਇੱਥੇ ਹੀ ਰਹਿ ਜਾਂਦੇ, ਕਿਉਂਕਿ ਉਹ ਸਰੀਰ ਨਾਲ ਜੁੜੇ ਸੀ ਅਤੇ ਇਹ ਸਰੀਰ ਕੱਪੜਾ ਅਸੀਂ ਲਾ ਕੇ ਇੱਥੇ ਹੀ ਚਲੇ ਜਾਂਦੇ। ਅੱਗੇ ਮਾਨੇ ਜਾਣਾ ਅਤੇ ਉਹਦੀ ਪਹਿਚਾਣ ਨਹੀਂ ਕੀਤੀ ਵੀ ਇਹਦੇ ਵਿੱਚ ਕੌਣ ਬੋਲਦਾ, ਕੌਣ ਦੇਖਦਾ, ਕੌਣ ਸੁਣਦਾ, ਕੌਣ ਇਹਨੂੰ ਲੈ ਕੇ ਚੱਲਦਾ। ਉਹ ਮਨ ਦੀ ਪਹਿਚਾਣ ਨਹੀਂ ਕੀਤੀ, ਜਿਹੜਾ ਅੰਦਰ ਵੱਸਦਾ ਸੀ ਉਹਨੂੰ ਜਾਣਿਆ ਨਹੀਂ। ਅਤੇ ਜਦੋਂ ਫਿਰ ਅਸੀਂ ਇਹਦੇ ਦੇਹ ਛੱਡਦੇ ਹਾਂ, ਇਹ ਸਰੀਰ ਜਿਹੜਾ ਕੱਪੜਾ, ਇਹ ਕੱਪੜਾ ਲਾ ਦਿੰਦੇ। ਜਦੋਂ ਕੱਪੜਾ ਲਾ ਦਿੰਦੇ ਅਸੀਂ ਇਹ ਸਰੀਰ ਤੋਂ ਵੱਖ ਹੋ ਜਾਂਦੇ। ਜਦੋਂ ਵੱਖ ਹੋ ਜਾਂਦੇ ਆਪਾਂ ਸੂਖਮ ਰੂਪ ਹੋ ਜਾਂਦੇ। ਹੁਣ ਉਹ ਸੂਖਮ ਹੈ ਜਿਹੜਾ, ਉਹ ਜਿਹੜੇ ਮਨ ਸੁੱਤੇ ਹੋਏ ਸੁੱਤਿਆਂ ਨੂੰ ਦਿਸਦਾ ਨਹੀਂ, ਉਹ ਦਿਖਾਈ ਨਹੀਂ ਦਿੰਦਾ, ਕੋਲ ਖੜਾ ਹੀ ਨਹੀਂ ਦਿਖਾਈ ਦਿੰਦਾ। ਹੁਣ ਉਹ ਕੋਲ ਖੜਾ ਬੇਨਤੀਆਂ ਕਰਦਾ, ਜੋਦੜੀਆਂ ਕਰਦਾ ਵੀ ਮੇਰੀ ਮਦਦ ਕਰੋ, ਕਿਉਂਕਿ ਉਹ ਜੰਮ ਫੜ ਲੈਂਦੇ ਉੱਥੇ। ਫਿਰ ਉਹਦੀ ਕੋਈ ਮਦਦ ਨਹੀਂ ਕਰਦਾ, ਕੋਈ ਉਹਦੇ ਵੱਲ ਦੇਖਦਾ ਨਹੀਂ, ਕੋਈ ਉਹਦੀ ਆਵਾਜ਼ ਨੂੰ ਨਹੀਂ ਸੁਣਦਾ।
ਫਿਰ ਇਸ ਅਵਸਥਾ ਦੇ ਵਿੱਚ ਜਦੋਂ ਆਉਂਦਾ ਹੈ ਫਿਰ ਉਦੋਂ ਪਛਤਾਉਂਦਾ। ਫਿਰ ਕਹਿੰਦਾ ਵੀ ਪਰਮਾਤਮਾ ਦਾ ਸਿਮਰਨ ਛੱਡ ਕੇ, ਮਾਲਕ ਦੀ ਬੰਦਗੀ ਛੱਡ ਕੇ ਮੈਂ ਜਿਸ ਕੁਟੁੰਬ ਨੂੰ ਪਾਲਦਾ ਰਿਹਾ, ਕੁਟੁੰਬ ਕਹਿੰਦੇ ਪਰਿਵਾਰ, ਵੀ ਜਿਸ ਕੁਟੁੰਬ ਦੀ ਖਾਤਰ ਸਾਰੀ ਉਮਰ ਧੰਦਾ ਕਰਦਾ ਰਿਹਾ, ਉਹ ਕੁਟੁੰਬ 'ਚੋਂ ਕਿਸੇ ਨੇ ਅੱਗੇ ਸਾਥ ਹੀ ਨਾ ਦਿੱਤਾ। ਮਹਾਰਾਜ ਫਰਮਾਉਂਦੇ, ਕਬੀਰ ਹਰਿ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੁੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ। ਵੀ ਸਾਰੀ ਉਮਰ ਕੁਟੁੰਬ ਦੀ ਖਾਤਰ ਹੀ ਕਰਦਾ ਰਿਹਾ, ਇਹ ਅੱਗੇ ਕੁਟੁੰਬ ਦੇ ਵਿੱਚੋਂ ਕੋਈ ਸਾਥ ਨਹੀਂ ਦਿੰਦਾ, ਨਾਲ ਜਾਂਦਾ ਨਹੀਂ ਕੋਈ। ਮਹਾਰਾਜ ਕਹਿੰਦੇ ਬਾਅਦ 'ਚੋਂ ਰੋਂਦੇ ਵੀ ਤੇ ਝੂਠਾ ਹੀ ਰੋਂਦੇ। ਝੂਠਾ ਰੁਦਨ ਹੋਆ ਦਿਵਾਲੇ 91 ਭਇਆ ਪਰਾਇਆ। ਵੀ ਇਹ ਜਿਹੜੇ ਰੋਂਦੇ ਝੂਠਾ ਹੀ ਰੋਂਦੇ, ਸੱਚ ਨਹੀਂ ਰੋਂਦੇ। ਅੱਗੇ ਸਤਿਗੁਰ ਕਹਿੰਦੇ ਵੀ ਇਹ ਭੈ ਦੇ ਵਿੱਚ ਰੋਂਦੇ ਤੇ ਗੁਣਾਂ ਨੂੰ ਉਹਦੇ ਨੂੰ ਚੇਤੇ ਕਰ ਕਰਕੇ ਰੋਂਦੇ, ਕਿਉਂਕਿ ਉਹਦੇ ਤੋਂ ਆਸਾਂ ਲਾਈਆਂ ਹੁੰਦੀ, ਉਹ ਆਸਾਂ ਵਿੱਚ ਹੀ ਰਹਿ ਜਾਂਦੀ। ਸਤਿਗੁਰ ਕਹਿੰਦੇ ਭੈ ਰੋਵੇ ਗੁਣ ਸਾਰ ਸੰਭਾਲੇ, ਕੋਈ ਮਰੇ ਨਾ ਮੋਇਆ ਨਾਲੇ। ਨਾਨਕ ਜੁਗ ਜੁਗ ਏਕੋ ਦਾਤਾ ਜਾਣੇ, ਸੱਚ ਸੰਭਾਲੇ। ਮਹਾਰਾਜ ਕਹਿੰਦੇ ਵੀ ਉਹ ਸੁਝਾਣ, ਉਹ ਸਿਆਣਾ ਹੈ ਜਿਹੜਾ ਰੋਂਦਾ ਸੱਚ ਨੂੰ, ਪਰਮਾਤਮਾ ਵਾਹਿਗੁਰੂ। ਨਾਨਕ ਜੁਗ ਜੁਗ ਜਾਣ ਸੁਝਾਣਾ, ਜੋ ਰੋਵੇ ਸੱਚ ਸੰਭਾਲੇ। ਜਿਹੜੇ ਤਾਂ ਸੱਚ ਵਾਹਿਗੁਰੂ ਨੂੰ ਹਿਰਦੇ 'ਚ ਵਸਾਉਂਦੇ, ਉਹਦੀ ਖਾਤਰ ਵਿਰਾਗ ਕਰਦੇ, ਉਹ ਸਿਆਣੇ, ਉਹ ਸੁਝਾਣ। ਜਿਹੜੇ ਸੰਸਾਰ ਦੇ ਵਿੱਚ ਇਹ ਸੰਸਾਰੀ ਰੋਂਦੇ, ਮਹਾਰਾਜ ਕਹਿੰਦੇ ਝੂਠਾ ਹੀ ਰੋਂਦੇ, ਮਾਇਆ ਨੂੰ ਰੋਂਦੇ, ਝੂਠਾ ਰੁਦਨ ਕਰਦੇ। ਸੋ ਇਸ ਵਾਸਤੇ ਸੰਸਾਰ ਦਾ ਖੇਲ ਸਾਰਾ ਹੀ ਪੁੱਠਾ ਚੱਲਦਾ, ਸਾਰਾ ਹੀ ਉਲਟ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਮੱਤ ਨਹੀਂ ਲੈਂਦੇ, ਮਨਮੁਖ ਜਿਹੜਾ ਉਹ ਪੁੱਠਾ ਹੀ ਚੱਲਦਾ। ਮਾਇਆ ਦਾ ਮੋਹਿਆ ਹੋਇਆ ਉਹ ਟੇਢਾ ਚੱਲਦਾ, ਉਲਟ ਚੱਲਦਾ। ਗੁਰੂ ਦੀ ਮੱਤ ਤੋਂ ਬਿਨਾਂ, ਗੁਰਬਾਣੀ ਗੁਰੂ ਤੋਂ ਬਿਨਾਂ, ਉਹ ਜਿਵੇਂ ਗੁਰਬਾਣੀ ਗੁਰੂ ਕਹਿੰਦੇ ਉਹ ਤੋਂ ਪੁੱਠਾ ਚੱਲਦਾ। ਮਹਾਰਾਜ ਕਹਿੰਦੇ ਮਾਇਆ ਮੋਹਿਓ ਟੇਢੋ ਜਾਤ। ਵੀ ਮਾਇਆ ਦਾ ਮੋਹਿਆ ਹੋਇਆ ਝੂਠਾ ਟੇਢੀ ਚਾਲ ਹੀ ਚੱਲਦਾ, ਪੁੱਠਾ ਹੀ ਚੱਲਦਾ। ਹੁਣ ਇਸ ਵਾਸਤੇ ਫਿਰ ਸਮਝਾਉਂਦੇ ਵੀ ਇਹ ਸੰਸਾਰ ਦੀ ਪ੍ਰੀਤ, ਸੰਸਾਰ ਦਾ ਪਿਆਰ, ਇਹ ਝੂਠਾ ਹੀ ਦੇਖਿਆ ਸੀ। ਬਈ ਇੱਥੇ ਜੀਵ ਆਪੋ ਆਪਣੇ ਸੁੱਖਾਂ ਸਾਧਨਾ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨਾ, ਝੂਠ ਦੇ ਨਾਲ। ਮਹਾਰਾਜ ਤਾਈਓ ਫਰਮਾਉਂਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਓ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਆਪੋ ਆਪਣੇ ਸੁੱਖਾਂ ਕਰਕੇ ਜੁੜੇ ਹੋਏ ਨੇ। ਜੇ ਸਾਡਾ ਆਤਮਿਕ ਪਿਆਰ ਹੋਵੇ ਫਿਰ ਤਾਂ ਅਸੀਂ ਜਿਹੜਾ ਚਲਾ ਗਿਆ, ਉਹ ਗੁਰਬਾਣੀ ਗੁਰੂ ਤੋਂ ਪੁੱਛੀਏ ਵੀ ਕਿੱਥੇ ਗਿਆ। ਵੀ ਜੇ ਸਾਡਾ ਇੰਨਾ ਹੀ ਪਿਆਰ ਹੈ ਵੀ ਅਸੀਂ ਰਹਿ ਨਹੀਂ ਸਕਦੇ, ਫਿਰ ਤਾਂ ਅਸੀਂ ਪਰਮਾਤਮਾ ਨੂੰ ਮੰਨੀਏ ਤੇ ਅਸੀਂ ਮਾਲਕ ਨੂੰ ਬੇਨਤੀਆਂ ਕਰੀਏ ਤੇ ਅਸੀਂ ਮਿਲ ਸਕਦੇ ਫਿਰ ਵੀ ਉਹਨੂੰ, ਕਿਉਂਕਿ ਅਸੀਂ ਮਰਦੇ ਤਾਂ ਹੈ ਹੀ ਨਹੀਂ, ਮਰਨ ਵਾਲੀ ਤਾਂ ਆਪਾਂ ਕੋਈ ਚੀਜ਼ ਹੀ ਨਹੀਂ ਹੈ। ਇਹ ਤਾਂ ਸਿਰਫ ਇਹ ਸਰੀਰ ਕੱਪੜਾ ਹੈ ਜਿਹੜਾ ਅਸੀਂ ਕੱਪੜਾ ਬਦਲਦੇ ਹਾਂ। ਜਿਹੜਾ ਮਨ ਹੈ, ਮਨ ਮਰਦਾ ਨਹੀਂ ਹੈ, ਆਪਾਂ ਮਰਦੇ ਨਹੀਂ। ਜ਼ਿਆਦਾ ਮਨ ਸੱਚ 'ਚ ਸਮਾ ਸਕਦਾ, ਮਾਲਕ ਦੇ ਵਿੱਚ ਲੀਨ ਹੋ ਸਕਦਾ। ਨਹੀਂ ਇਹਦੇ 'ਤੇ ਕੱਪੜਾ ਹੋਰ ਚੜਾ ਦਿੰਦੇ, ਇਹਨੂੰ ਹੋਰ ਕਰ ਦੇ ਦਿੰਦੇ। ਆਪ ਉਹੀ ਰਹਿੰਦੇ ਹਾਂ, ਜੋਤ ਉਹੀ ਰਹਿੰਦੀ। ਜੋਤ ਹਾਂ ਜੋਗਤ ਸਹਿ ਸਹਿ ਕਾਇਆ ਫਿਰ ਪਲਟੀਏ, ਕਾਇਆ ਪਲਟ ਜਾਂਦੀ। ਤੇ ਜੇ ਸਾਡਾ ਪਿਆਰ ਹੋਵੇ ਤੇ ਅਸੀਂ ਫਿਰ ਦੇਖ ਸਕਦੇ ਵੀ ਹੁਣ ਉਹ ਗਏ ਤੇ ਗਏ ਕਿੱਥੇ ਨੇ। ਜੇ ਮਾਲਕ ਨੂੰ ਮਿਲ ਗਏ ਨੇ ਤੇ ਤਾਂ ਵੀ ਸਾਨੂੰ ਖੁਸ਼ੀ ਹੁੰਦੀ ਵੀ ਸ਼ੁਕਰ ਆ ਮਾਲਕ ਦਾ ਵੀ ਆਪਣੇ ਘਰ ਚਲੇ ਗਏ। ਜੇ ਅੱਗੇ ਕਿਸੇ ਆਕਾਰ 'ਚ ਚਲੇ ਗਏ
ਤੇ ਆਪਾਂ ਤਾਂ ਵੀ ਦੇਖ ਸਕਦੇ, ਤਾਂ ਵੀ ਮਿਲ ਸਕਦੇ ਹਾਂ ਵੀ ਹੁਣ ਕਿੱਥੇ ਚਲੇ ਗਏ। ਪਰ ਮਿਲਾਂਗੇ ਤਾਂ ਜੇ ਸਾਡਾ ਆਤਮਿਕ ਪਿਆਰ ਹੋਏਗਾ, ਜੇ ਸਾਡਾ ਸੱਚਾ ਪਿਆਰ ਹੋਏਗਾ ਫਿਰ। ਜੇ ਝੂਠਾ ਪਿਆਰ ਹੈ ਫਿਰ ਰੋਈ ਤਾਂ ਜਾਵਾਂਗੇ, ਝੂਠਾ ਰੋਦਨ ਤਾਂ ਕਰੀ ਜਾਵਾਂਗੇ। ਪਰ ਗੁਰੂ ਦੀ ਮੱਤ ਲੈ ਕੇ, ਗੁਰਬਾਣੀ ਗੁਰੂ ਤੋਂ ਪੁੱਛ ਕੇ ਮਾਰਗ ਦੇ ਉੱਤੇ ਨਹੀਂ ਚੱਲਾਂਗੇ। ਮਹਾਰਾਜ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਬਈ ਜੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ, ਜੇ ਅਸੀਂ ਚਾਹੁੰਦੇ ਹਾਂ ਬਈ ਅਸੀਂ ਸਦਾ ਵਾਸਤੇ ਜੀਵਨ ਮੁਕਤ ਹੋ ਜਾਈਏ, ਜੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਆਤਮਿਕ ਪ੍ਰੇਮ ਬਣੇ, ਤੇ ਫਿਰ ਆਪਾਂ ਨੂੰ ਕਹਿੰਦੇ ਵੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਬਈ ਗੁਰੂ ਦੀ ਦੱਸੀ ਹੋਈ ਜਿਹੜੀ ਕਾਰ ਹੈ ਉਹ ਕਾਰ ਕਮਾਵੋ। ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਸਾਨੂੰ ਚਾਹੀਦਾ ਤਾਂ ਇਹ ਹੈ, ਸਿੱਖਿਆ ਤਾਂ ਇਹ ਲੈਣੀ ਹੁੰਦੀ ਬਈ ਸੰਸਾਰ ਦੇ ਵਿੱਚ ਜਦੋਂ ਕੋਈ ਜੀਵ ਜਾਂਦਾ ਹੈ ਬਈ ਉਹ ਚਲਾ ਗਿਆ, ਕੱਲ੍ਹ ਨੂੰ ਸਾਡੀ ਵੀ ਵਾਰੀ ਆਉਣੀ, ਤੇ ਸਾਨੂੰ ਤਾਂ ਮੌਤ ਭੁੱਲੇ ਹੀ ਨਾ, ਸਾਨੂੰ ਤਾਂ ਚੇਤੇ ਹੀ ਰਵੇ। ਜੇ ਸਾਨੂੰ ਮੌਤ ਚੇਤੇ ਰਹੇਗੀ ਤੇ ਸਾਨੂੰ ਰੱਬ ਵੀ ਚੇਤੇ ਹੀ ਰਹੇਗਾ, ਪਰਮਾਤਮਾ। ਜੀਵ ਨੂੰ ਅਸਲ ਦੇ ਵਿੱਚ ਆਪਦੀ ਮੌਤ ਹੀ ਭੁੱਲੀ ਹੋਈ, ਉਹਨੂੰ ਮਰਨਾ ਹੀ ਭੁੱਲਿਆ ਹੋਇਆ, ਉਹ ਸਮਝਦਾ ਵੀ ਮੈਂ ਇੱਥੋਂ ਜਾਣਾ ਹੀ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਵੀ ਐਸਾ ਤ੍ਰਿਸ਼ਨਾ ਦਾ, ਮਾਇਆ ਦਾ ਰੋਗ ਲੱਗਾ ਵੀ ਜੀਵਾਂ ਨੇ ਮਰਨਾ ਹੀ ਵਿਸਾਰ ਛੱਡੇ। ਸਾਹਮਣੇ ਆਪਣੇ ਜੀਵ ਜਾ ਰਹੇ, ਰੋਜ਼ ਜਾ ਰਹੇ ਕੋਈ ਨਾ ਕੋਈ, ਪਰ ਫਿਰ ਵੀ ਅਸੀਂ ਮੰਨਣ ਨੂੰ ਤਿਆਰ ਨਹੀਂ ਹੈ ਵੀ ਅਸੀਂ ਵੀ ਜਾਣਾ। ਸਾਡਾ ਮਨ ਮੰਨਦਾ ਹੀ ਨਹੀਂ। ਮਹਾਰਾਜ ਕਹਿੰਦੇ ਜੇ ਅਸੀਂ ਇੰਨਾ ਵੀ ਚੇਤਾ ਰੱਖੀਏ ਵੀ ਅਸੀਂ ਇੱਥੋਂ ਜਾਣਾ ਵਾਪਸ, ਵੀ ਅਸੀਂ ਇਸ ਲੋਕ ਦੇ ਵਾਸੀ ਨਹੀਂ, ਜੇ ਅਸੀਂ ਮਰਨਾ ਚੇਤੇ ਰੱਖੀਏ ਫਿਰ ਅਸੀਂ ਇੰਨਾ ਇਸ ਲੋਕ ਦੇ ਨਾਲ ਨਹੀਂ ਵੱਜਦੇ, ਇੰਨਾ ਮੋਹ ਨਹੀਂ ਪਾਉਂਦੇ ਮਾਇਆ ਦੇ ਨਾਲ ਵੀ ਅਸੀਂ ਇੱਥੋਂ ਵਾਪਸ ਜਾ ਹੀ ਨਾ ਸਕੀਏ ਆਪਦੇ ਘਰ। ਮਹਾਰਾਜ ਇਸ ਲਈ ਸਾਨੂੰ ਫਰਮਾਉਂਦੇ, ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਭੰਜਾਈਏ। ਬਈ ਜੇ ਅਸੀਂ ਇੰਨਾ ਵੀ ਸਮਝ ਲਈਏ ਵੀ ਅਸੀਂ ਮਰ ਜਾਣਾ, ਬਈ ਅਸੀਂ ਕਿਹੜਾ ਇੱਥੇ ਸਦਾ ਬੈਠੇ ਰਹਿਣਾ, ਫਿਰ ਅਸੀਂ ਇੰਨਾ ਮੋਹ, ਇੰਨਾ ਵੱਜਦੇ ਹੀ ਨਹੀਂ ਇੱਧਰ ਮਾਇਆ ਦੇ ਨਾਲ, ਝੂਠੇ ਬੰਧਨਾਂ ਦੇ ਵਿੱਚ, ਬਈ ਅਸੀਂ ਇੱਥੋਂ ਜਾ ਹੀ ਨਾ ਸਕੀਏ ਵਾਪਸ। ਵੱਜਦੇ ਅਸੀਂ ਉਦੋਂ ਹਾਂ ਜਦੋਂ ਅਸੀਂ ਕਹਿੰਦੇ ਹਾਂ ਅਸੀਂ ਕਿਹੜਾ ਜਾਣਾ, ਬਥੇਰਾ ਸਮਾਂ ਪਿਆ ਜੀ, ਹੋਰ ਜੀਵ ਜਾ ਰਹੇ ਨੇ ਪਰ ਅਸੀਂ ਨਹੀਂ ਜਾਂਦੇ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਬਈ ਅਸੀਂ ਇੱਕਦਮ ਦੇ ਜੀਵ, ਬਈ ਆਹ ਦਮ ਆਇਆ, ਅਗਲਾ ਪਤਾ ਨਹੀਂ ਆਵੇ ਕਿ ਨਾ ਆਵੇ। ਬਈ ਜੋ ਮਾਲਕ ਸਾਨੂੰ ਦਮ ਦੇ ਰਿਹਾ, ਉਹ ਦਮ ਦੇਣ ਵਾਲੇ ਦੇ ਸਨਮੁਖ ਰਹੋ, ਉਹਦਾ ਸਿਮਰਨ ਕਰੋ ਤੇ ਉਹਨੂੰ ਮਿਲੋ ਪਹਿਲਾਂ। ਗੁਰੂ ਨਾਨਕ ਪਾਤਸ਼ਾਹ ਸਾਨੂੰ ਸਤਿਗੁਰੂ ਫਰਮਾਉਂਦੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਵਿਨਵੇ ਤਿਸੇ ਸਰੀਬੋ ਜਾ ਕੇ ਜੀ ਪਰਨ। ਵੀ ਜੋ ਮਾਲਕ ਸਾਨੂੰ ਪ੍ਰਾਣ ਦੇ ਰਹੇ, ਉਹਨੂੰ ਮਿਲੋ, ਉਹਦੇ ਸਨਮੁਖ ਰਹੋ। ਸਾਡਾ ਸਮਾਂ ਤਾਂ ਇਸੇ ਕਰਕੇ ਗੁਪਤ ਰੱਖਿਆ ਜਾਂਦਾ ਬਈ ਅਸੀਂ ਹਰੇਕ ਸਵਾਸ ਨਾਲ ਮਾਲਕ ਨੂੰ ਚੇਤੇ ਰੱਖੀਏ, ਸਾਡਾ ਧਿਆਨ ਪਰਮਾਤਮਾ ਵੱਲ ਹੀ ਰਵੇ। ਵੀ ਆਹ ਸਵਾਸ ਆਇਆ, ਅਗਲਾ ਮਾਲਕ ਮੁੱਖ 'ਚ ਪਾਉਂਦਾ ਕਿ ਨਹੀਂ ਪਾਉਂਦਾ। ਜੇ ਹੁਣ ਅਸੀਂ ਸਵਾਸ ਦੇਣ ਵਾਲੇ ਵੱਲ ਧਿਆਨ ਰੱਖਾਂਗੇ, ਜਦੋਂ ਸਾਡਾ ਸਵਾਸਾਂ ਦਾ ਧਨ ਖਤਮ ਹੋਏਗਾ ਤੇ ਜਿੱਧਰ ਨੂੰ ਸਾਡਾ ਧਿਆਨ ਹੈ ਅਸੀਂ ਉਹੀਓ ਰੂਪ ਹੋ ਜਾਵਾਂਗੇ। ਜੇ ਸਾਡਾ ਧਿਆਨ ਵਾਹਿਗੁਰੂ ਵੱਲ ਹੈ ਤੇ ਅਸੀਂ ਵਾਹਿਗੁਰੂ 'ਚ ਸਮਾ ਜਾਵਾਂਗੇ, ਸਦਾ ਵਾਸਤੇ ਅਮਰ ਹੋ ਜਾਵਾਂਗੇ, ਸਾਡੀ ਜੋਤ 'ਚ ਜੋਤ ਮਿਲ ਜਾਏਗੀ।
नहीं तो फिर जिधर ਨੂੰ ਸਾਡਾ ਅੰਤ ਸਮੇਂ ਧਿਆਨ ਹੁੰਦਾ ਉਧਰ ਨੂੰ ਹੀ ਸਾਨੂੰ ਭੇਜ ਦਿੰਦੇ, ਉਹੀਓ ਰੂਪ ਹੋ ਜਾਂਦੀ। ਜਿਹਨੂੰ ਜੀਵ ਸਿਮਰਦਾ, ਸਿਮਰਨ ਦਾ ਭਾਵ ਹੁੰਦਾ ਵੀ ਜਿਹਨੂੰ ਚੇਤੇ ਕਰਦਾ, ਜੈਸੋ ਸੇਵੇ ਤੈਸੋ ਹੋਏ, ਵੀ ਜਿਹਨੂੰ ਸਿਮਰੇਗਾ ਉਹੀਓ ਰੂਪ ਹੋ ਜਾਏਗਾ। ਹੁਣ ਜਿਵੇਂ ਕੋਈ ਜੀਵ ਦਰਖਤ ਦੀ ਪੂਜਾ ਕਰਦਾ, ਜੇ ਹੁਣ ਅਸੀਂ ਦਰਖਤ ਦੀ ਪੂਜਾ ਕਰਾਂਗੇ, ਉਹ ਦਰਖਤ ਸਾਡੇ ਮਨ 'ਚ ਵੱਸ ਗਿਆ, ਅੰਤ ਸਮੇਂ ਸਾਡਾ ਧਿਆਨ ਉੱਧਰ ਨੂੰ ਹੋਏਗਾ ਜਿਹਨੂੰ ਅਸੀਂ ਪੂਜਦੇ। ਅਤੇ ਜਦੋਂ ਧਿਆਨ ਉੱਧਰ ਨੂੰ ਹੋ ਗਿਆ ਅਤੇ ਅਸੀਂ ਮਾਨਸ ਤੋਂ ਦਰਖਤ ਬਣ ਜਾਵਾਂਗੇ, ਸਾਨੂੰ ਕੋਈ ਦਰਖਤ ਬਣਾ ਕੇ ਖੜ੍ਹਾ ਕਰ ਦੇਣਗੇ। ਜੇ ਕੋਈ ਜੀਵ ਪੱਥਰ ਦੀ ਪੂਜਾ ਕਰਦਾ, ਜਿਵੇਂ ਪੱਥਰ ਦੀਆਂ ਮੂਰਤੀਆਂ ਬਣਾ ਲੈਂਦੇ, ਪੱਥਰ ਦੀ ਪੂਜਾ ਸ਼ੁਰੂ ਕਰ ਦਿੰਦੇ, ਜੇ ਉਹ ਪੱਥਰ ਸਾਡੇ ਮਨ 'ਚ ਵੱਸ ਗਿਆ ਅਤੇ ਜਦੋਂ ਸਾਡਾ ਅੰਤ ਸਮਾਂ ਆਉਣਾ, ਸਾਡਾ ਧਿਆਨ ਉੱਧਰ ਨੂੰ ਚਲਾ ਗਿਆ ਪੱਥਰ ਵੱਲ ਨੂੰ, ਅਤੇ ਅਸੀਂ ਮਾਨਸ ਤੋਂ ਪੱਥਰ ਬਣ ਜਾਵਾਂਗੇ। ਸਾਨੂੰ ਪੱਥਰ ਬਣਾ ਕੇ ਸੁੱਟ ਦੇਣਗੇ ਅਤੇ ਕਈ ਯੁੱਗ ਲੰਘ ਜਾਂਦੇ ਪੱਥਰ ਦੀ ਜੂਨ। ਜੇ ਜੀਵ ਭੂਤਾਂ ਪ੍ਰੇਤਾਂ ਨੂੰ ਮੰਨਦਾ ਹੈ ਅਤੇ ਉਹਨਾਂ ਵੱਲ ਚਲਾ ਜਾਂਦਾ, ਜਾਣੀ ਦੀ ਜਿਹਨੂੰ ਅਸੀਂ ਮੰਨਾਂਗੇ ਅਸੀਂ ਉੱਦਾਂ ਦੇ ਹੋ ਜਾਵਾਂਗੇ। ਇਸ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਮੰਨਣਾ ਤੇ ਵਾਹਿਗੁਰੂ ਨੂੰ ਮੰਨੋ, ਇੱਕ ਨੂੰ ਮੰਨੋ, ਪਰਮੇਸ਼ਰ ਨੂੰ, ਜਿਹੜਾ ਹਰ ਥਾਂ 'ਤੇ ਮੌਜੂਦ ਹੈ, ਜਿਹਦਾ ਪ੍ਰਕਾਸ਼ ਹਰ ਥਾਂ 'ਤੇ ਸਮਾਇਆ ਹੋਏ, ਉਹਦਾ ਧਿਆਨ ਧਰੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਧਿਆਨ ਧਰੋ ਤਹਿ ਕੋ ਮਨ ਮੇ ਜਾ ਕਉਮ ਤੋ ਸਭੀ ਜਗ ਛਾਇਓ। ਵੀ ਧਿਆਨ ਮਾਲਕ ਦਾ ਧਰੋ ਜਿਹਦਾ ਪ੍ਰਕਾਸ਼ ਹੈ ਹਰ ਥਾਂ 'ਤੇ। ਜਦੋਂ ਅਸੀਂ ਉਹਦਾ ਧਿਆਨ ਧਰਾਂਗੇ, ਅਸੀਂ ਜਿੱਥੇ ਵੀ ਦੇਹ ਛੱਡੀਏ, ਸਾਡਾ ਧਿਆਨ ਮਾਲਕ 'ਚ ਹੋਏਗਾ ਅਤੇ ਅਸੀਂ ਮਾਲਕ 'ਚ ਹੀ ਸਮਾ ਜਾਵਾਂਗੇ। ਤਾਂਹੀਓ ਫਿਰ ਭਗਤਾਂ ਨੇ ਆਪਾਂ ਨੂੰ ਸਮਝਾਇਆ, ਜਿਵੇਂ ਬਾਬਾ ਕਬੀਰ ਜੀ, ਉਸ ਸਮੇਂ ਜਿਹੜੇ ਪੰਡਤ ਵਿਦਵਾਨ ਸੀ, ਉਹਨਾਂ ਨੇ ਇਹ ਢੰਡੋਰਾ ਫਰਾਇਆ ਹੋਇਆ ਸੀ ਵੀ ਜਿਹੜੇ ਜੀਵ ਕਾਸ਼ੀ ਦੇ ਵਿੱਚ ਦੇਹ ਛੱਡਦੇ ਨੇ ਉਹ ਜੀਵਨ ਮੁਕਤ ਹੋ ਜਾਂਦੇ, ਵੀ ਕਾਸ਼ੀ ਜਿਹੜੀ ਉਹ ਮੁਕਤੀ ਦਿੰਦੀ। ਅਤੇ ਜੀਵ ਕੀ ਕਰਦੇ ਵੀ ਜਦੋਂ ਉਹ ਦੇਖਦੇ ਵੀ ਸਮਾਂ ਪਤਾ ਨਹੀਂ ਕਦੋਂ ਖਤਮ ਹੋਣਾ ਹੈ, ਉਹ ਕਾਸ਼ੀ ਚਲੇ ਜਾਂਦੇ, ਉੱਥੇ ਜਾ ਕੇ ਦੇਹ ਛੱਡਦੇ। ਭਗਤ ਕਬੀਰ ਜੀ ਸਾਰੀ ਉਮਰ ਉਹ ਕਾਸ਼ੀ ਰਹੇ, ਕਾਸ਼ੀ ਦੇ ਵਾਸੀ ਸੀ। ਇੱਕ ਨਗਰ ਹੈ ਮਗਹਰ, ਮਗਹਰ ਦੇ ਵਿੱਚ ਜਿਹੜਾ ਜੀਵ ਦੇਹ ਛੱਡਦਾ ਉਹਨੂੰ ਕਹਿੰਦੇ ਸੀ ਵੀ ਇਹ ਨਰਕਾਂ 'ਚ ਜਾਂਦਾ, ਵੀ ਉਹ ਮੁਕਤ ਨਹੀਂ ਹੁੰਦਾ, ਵੀ ਉਹਦੀ ਗਤੀ ਨਹੀਂ ਹੁੰਦੀ। ਬਾਬਾ ਕਬੀਰ ਜੀ ਨੇ ਸਾਰੀ ਉਮਰ ਤੱਕ ਕਾਸ਼ੀ 'ਚ ਰਹੇ। ਜਦੋਂ ਉਹਨਾਂ ਨੇ ਦੇਹ ਛੱਡਣੀ ਸੀ, ਅੰਤ ਸਮਾਂ ਦੇਖਿਆ ਵੀ ਹੁਣ ਥੋੜ੍ਹਾ ਸਮਾਂ ਰਹਿ ਗਿਆ, ਉਦੋਂ ਮਗਹਰ ਚਲੇ ਗਏ ਜੀਵਾਂ ਨੂੰ ਸਮਝਾਉਣ ਵਾਸਤੇ, ਕਿਉਂਕਿ ਗੁਰਮੁਖਾਂ ਦਾ ਜੀਵਨ ਹੀ ਉਪਦੇਸ਼ ਹੁੰਦਾ ਹੈ ਆਪਣੇ ਵਾਸਤੇ। ਉਹਨਾਂ ਨੇ ਫਿਰ ਜਦੋਂ ਦੇਹ ਛੱਡੀ ਅਤੇ ਉੱਥੇ ਜਾ ਕੇ ਛੱਡੀ ਮਗਹਰ ਦੇ ਵਿੱਚ। ਫਿਰ ਉਹਨਾਂ ਨੇ ਸਮਝਾਇਆ ਸਾਨੂੰ ਵੀ ਜਿਹੜਾ ਭਗਤ ਹੈ, ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਜਿਹੋ ਜਿਹੀ ਕਾਸ਼ੀ ਉਹੋ ਜਿਹਾ ਮਗਹਰ, ਕਿਉਂਕਿ ਉਹ ਜਦੋਂ ਦੇਹ ਛੱਡਣਗੇ ਉਹਨਾਂ ਦਾ ਧਿਆਨ ਪਰਮਾਤਮਾ ਵੱਲ ਹੈ, ਉਹ ਤਾਂ ਪਰਮਾਤਮਾ ਦੇ ਵਿੱਚ ਹੀ ਸਮਾਉਣਗੇ, ਉਹਦੇ ਵਿੱਚ ਹੀ ਲੀਨ ਹੋਣਗੇ। ਜਿਨ੍ਹਾਂ ਨੇ ਜਿਉਂਦੇ ਜੀ ਪਰਮਾਤਮਾ ਦਾ ਭੇਤ ਹੀ ਨਹੀਂ ਲਿਆ, ਜਿਨ੍ਹਾਂ ਨੇ ਮਾਲਕ ਦੇ ਸਨਮੁਖ ਹੀ ਨਹੀਂ ਹੋਏ, ਉਹ ਚਾਹੇ ਕਾਸ਼ੀ 'ਚ ਦੇਹ ਛੱਡਣ, ਉਹ ਫਿਰ ਵੀ ਜੀਵਨ ਮੁਕਤ ਨਹੀਂ ਹੋ ਸਕਦੇ। ਉਹਨਾਂ ਨੇ ਫਿਰ ਵੀ ਗਾਹਾਂ ਜੂਨਾਂ 'ਚ ਹੀ ਜਾਣਾ, ਆਕਾਰਾਂ ਦੇ ਵਿੱਚ ਹੀ ਜਾਣਾ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਪੁਰਾਣੇ ਸਮੇਂ 'ਚ ਜੀਵ ਕੀ ਕਰਦੇ ਸੀ, ਉਹ ਸਮਝਦੇ ਸੀ ਬਈ ਜੇ ਅਸੀਂ ਅੰਤ ਸਮੇਂ ਤੀਰਥ 'ਤੇ ਚਲੇ ਜਾਈਏ, ਉੱਥੇ ਜਾ ਕੇ ਦੇਹ ਛੱਡੀਏ ਅਤੇ ਅਸੀਂ ਮੁਕਤ ਹੋ ਜਾਵਾਂਗੇ। ਉਹ ਫਿਰ ਕੀ ਕਰਦੇ ਜੀਵ, ਘਰ ਬਾਰ ਛੱਡ ਕੇ ਉਹ ਤੀਰਥਾਂ 'ਤੇ ਚਲੇ ਜਾਂਦੇ। ਜਦੋਂ ਤੀਰਥਾਂ 'ਤੇ ਜਾਂਦੇ, ਤੀਰਥ 'ਤੇ ਜਾ ਕੇ ਵੀ ਜੀਵ ਮੁਕਤ ਨਹੀਂ ਹੁੰਦਾ, ਕਿਉਂਕਿ ਜੇ ਅਸੀਂ ਸਿਮਰਨ ਭਗਤੀ ਨਹੀਂ ਕਰਾਂਗੇ, ਸਾਡਾ ਮਨ ਹੈ ਜਿਹੜਾ ਉਹ ਤੀਰਥ 'ਤੇ ਜਾ ਕੇ ਵੀ ਨਹੀਂ ਟਿਕਣਾ। ਉੱਥੇ
महाराज इसलिए फरमाउंदे कहते मन कामना तीरथ दे छूटे गर्भ गमान न मन ते हूटे। बई बेशक मनमुख जिहड़ा वो तीरथ ते भी जाके दे छड्डे ते जिहड़े गुरमुख ने वो चाहे मगहर दे विच जाके भी दे छड्डण वो तां भी जीवन मुक्त ने, वो तां भी मालक च समाउंद सी। जिहड़ा मनमुख है वो चाहे काशी च दे छड्डे वो तां भी नहीं मुक्त हो सकता, उन्हें तां भी जूना च जाना, कारां च जाना। ताइयों महाराज कहते जैसी काशी तैसा मगहर, भी सानू तो एको जिही नहीं जी, सानू कोई फर्क नहीं। जदों बाबा कबीर जी ने देह छड्डी ते वो मालक दे विच समा गई, परमात्मा दे विच लीन हो गई। हुण इहो आपां नूं समझाउंदे भी असीं मालक च तां लीन हो सकदे हां जे असीं मालक दे सन्मुख होए होवांगे। जे असीं ध्यान परमात्मा वल रखांगे ते असीं परमात्मा च लीन हो जांगे। जे हुण साडा ध्यान इधर संसार वल है, माया वाल रहेगा तो असीं फिर वापस इधर आ जाएंगे, फिर कारां दे विच वापस आ जाएंगे। हुण तां फिर आपां नूं कहंदे भी सारा जिहड़ा खेल ये ध्यान दा है। बई अंत समय जीव उहनूं ही सिमरदा है जिहदा ने उम्र भर ध्यान कीता होवे, जिहनूं ਉਹਨੇ ਆਪਣੇ ਮਨ 'ਚ ਵਸਾਇਆ ਹੋਵੇ, ਉਹਦਾ ਉਹ ਸਿਮਰਨ ਕਰਦਾ, ਉਹਦਾ ਉਹਨੂੰ ਚੇਤਾ ਹੁੰਦਾ। ਜਿਵੇਂ ਹੁਣ ਸਾਰੀ ਉਮਰ ਜੀਵ ਮਾਇਆ ਦੇ ਪਿੱਛੇ ਭੱਜਾ ਫਿਰਦਾ, ਮਾਇਆ ਨੂੰ ਲక్ష్ਮੀ ਕਹਿੰਦੇ। ਜਿਹਨੇ ਹੁਣ ਦਿਨ ਰਾਤ ਮਾਇਆ ਹੀ ਇਕੱਠੀ ਕੀਤੀ ਹੈ, ਜਿਹੜਾ ਸਿਰਫ ਜਾਣਦਾ ਤੇ ਨੋਟਾਂ ਨੂੰ ਹੀ ਜਾਣਦਾ। ਹੁਣ ਜਦੋਂ ਉਹਦਾ ਸਮਾਂ ਆਏਗਾ ਤੇ ਉਹਦਾ ਲਾਜ਼ਮੀ ਹੈ ਵੀ ਧਿਆਨ ਉਹਦਾ ਉੱਥੇ ਹੀ ਜਾਏਗਾ ਜਿਹੜਾ ਉਹਨੇ ਸਾਰੀ ਉਮਰ ਇਕੱਠਾ ਕੀਤਾ। ਜਦੋਂ ਉਹਦਾ ਧਿਆਨ ਉੱਥੇ ਜਾਏਗਾ ਤੇ ਉਹਦਾ ਸਮਾਂ ਖਤਮ ਹੋ ਗਿਆ ਤਾਂ ਉਹਨੂੰ ਅੱਗੇ ਸੱਪ ਦੀ ਜੂਨ ਮਿਲ ਜਾਣੀ, ਬਾਰ ਬਾਰ ਉਹਨੂੰ ਸੱਪ ਦੀ ਜੂਨ 'ਚ ਆਉਣਾ ਪੈਣਾ। ਮਹਾਰਾਜ ਕਹਿੰਦੇ ਅੰਤ ਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸਰਪ ਜੂਨ ਬਲ ਬਲ ਉਤਰੇ। ਵੀ ਵਾਰ ਵਾਰ ਉਹਨੂੰ ਸੱਪ ਦੀ ਜੂਨ ਮਿਲਦੀ। ਸੱਪਾਂ ਦੀਆਂ ਵੀ ਕੁਲਾਂ ਹੁੰਦੀਆਂ, ਸੱਪਾਂ ਦੀ ਵਾਰ ਵਾਰ ਜੂਨ ਦੇ ਵਿੱਚ ਫਿਰ ਉਹ ਆਉਂਦ। ਤੇ ਜੇ ਸਾਡਾ ਧਿਆਨ ਮੰਦਰ ਵੱਲ ਚਲਾ ਗਿਆ, ਜਿਵੇਂ ਘਰ ਨੂੰ ਮੰਦਰ ਕਹਿੰਦੇ, ਸਰੀਰ ਨੂੰ ਵੀ ਮੰਦਰ ਕਹਿੰਦੇ, ਜੇ ਸਾਡਾ ਧਿਆਨ ਇੱਧਰ ਚਲਾ ਗਿਆ ਤੇ ਸਾਨੂੰ ਪ੍ਰੇਤ ਜੂਨ ਮਿਲ ਜਾਂਦੀ। ਮਹਾਰਾਜ ਕਹਿੰਦੇ ਅੰਤ ਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਪ੍ਰੇਤ ਜੂਨ ਬਲ ਬਲ ਉਤਰੇ। ਵੀ ਉਹਨੂੰ ਵਾਰ ਵਾਰ ਫਿਰ ਪ੍ਰੇਤ ਦੀ ਜੂਨ ਮਿਲਦੀ। ਜੇ ਅਸੀਂ ਅੰਤ ਸਮੇਂ ਬੱਚਿਆਂ ਨੂੰ ਚੇਤੇ ਕਰਾਂਗੇ, ਜਿਵੇਂ ਹੁਣ ਸੰਸਾਰ 'ਚ ਆਪਾਂ ਦੇਖਦੇ ਜੀਵ ਕਹਿੰਦਾ ਮੇਰਾ ਬੱਚਿਆਂ ਨਾਲ ਬਹੁਤ ਪਿਆਰ, ਇਹਨਾਂ ਤੋਂ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ। ਸਾਰੀ ਉਮਰ ਅਸੀਂ ਇਹਨਾਂ ਦੀ ਖਾਤਰ ਹੀ ਭੱਜੇ ਫਿਰਦੇ ਰਹੇ ਤੇ ਉਧਰੋਂ ਅੰਤ ਸਮਾਂ ਆ ਗਿਆ ਤੇ ਅਸੀਂ ਧਿਆਨ ਬੱਚਿਆਂ 'ਚ ਧਰ ਲਿਆ। ਜੇ ਸਾਡਾ ਧਿਆਨ ਬੱਚਿਆਂ ਵੱਲ ਚਲਾ ਗਿਆ ਤੇ ਸਾਨੂੰ ਅੱਗੇ ਜਿਹੜੀ ਜੂਨ ਉਹ ਸੂਰ ਦੀ ਮਿਲ ਜਾਣੀ। ਸੂਰੀ ਦੇ ਬੱਚੇ ਜ਼ਿਆਦਾ ਹੁੰਦੇ। ਬਈ ਤੁਹਾਡਾ ਧਿਆਨ ਬੱਚਿਆਂ 'ਚ ਤੇ ਖਿਡਾਈ ਚੱਲੋ ਬੱਚੇ। ਮਹਾਰਾਜ ਕਹਿੰਦੇ ਅੰਤ ਕਾਲ ਜੇ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਸ਼ੂਕਰ ਜੂਨ ਵੱਲ ਵੱਲ ਉਤਰੇ। ਬਾਰ ਬਾਰ ਉਹਨੂੰ ਸੂਰ ਦੀ ਜੂਨ 'ਚ ਆਉਣਾ ਪੈਂਦਾ। ਜੇ ਅਸੀਂ ਅੰਤ ਕਾਲ ਇਸਤਰੀ ਨੂੰ ਸਿਮਰਦੇ ਹਾਂ ਤੇ ਵੇਸ਼ਵਾ ਦੀ ਜੂਨ ਮਿਲ ਜਾਂਦੀ। ਅੰਤ ਕਾਲ ਜੇ ਇਸਤਰੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਵੇਸ਼ਵਾ ਜੂਨ ਬਲ ਬਲ ਉਤਰੇ। ਜੇ ਹੁਣ ਅੰਤ ਕਾਲ ਜੀਵ ਪਰਮੇਸ਼ਰ ਨੂੰ ਸਿਮਰੇ, ਮਾਲਕ ਦਾ ਸਿਮਰਨ ਕਰੇ ਤੇ ਅੰਤ ਸਮੇਂ ਸਿਮਰੇਗਾ ਕੌਣ? ਜਿਹੜਾ ਪਹਿਲਾਂ ਸਿਮਰਨ ਕਰ ਰਹੇ। ਇਹ ਨਹੀਂ ਬਈ ਜਿਹਨੇ ਸਾਰੀ ਉਮਰ ਦਾ ਸਿਮਰਨ ਕੀਤਾ ਨਹੀਂ, ਸੰਗਤ ਕਿਤੇ ਕੀਤੀ ਨਹੀਂ ਤੇ ਉਹ ਆਖੇ ਵੀ ਅੰਤ ਸਮੇਂ ਹੁਣ ਮੈਨੂੰ ਪਰਮਾਤਮਾ ਚੇਤੇ ਆਉ, ਅੰਤ ਸਮੇਂ ਮੈਂ ਮਾਲਕ ਨੂੰ ਚੇਤੇ ਕਰੂੰ। ਫੇਰ ਨਹੀਂ ਚੇਤੇ ਆਉਂਦਾ। ਚੇਤੇ ਉਹਨਾਂ ਨੂੰ ਆਉਂਦਾ ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੈ, ਜਿਨ੍ਹਾਂ ਦਾ ਅਭਿਆਸ ਹੈ। ਉਹਨਾਂ ਨੂੰ ਤਾਂ ਵਿਸਰਦਾ ਹੀ ਨਹੀਂ, ਉਹਨਾਂ ਨੂੰ ਤਾਂ ਭੁੱਲਦਾ ਹੀ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ ਅੰਤ ਕਾਲ ਜੇ ਨਾਰਾਇਣ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ ਬਦਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਰਿਦੇ ਵਾਸੀ।
ਬਈ ਜੇ ਅਸੀਂ ਅੰਤ ਕਾਲ ਪਰਮੇਸ਼ਰ ਨੂੰ ਸਿਮਰੀਏ ਤੇ ਜੀਵਨ ਮੁਕਤ ਹੋ ਜਾਂਦਾ। ਹੁਣ ਅੰਤ ਕਾਲ ਸਿਮਰੇਗਾ ਕੌਣ? ਮਹਾਰਾਜ ਕਹਿੰਦੇ ਜਿਹੜੇ ਹੁਣ ਸਿਮਰਨ ਨਹੀਂ ਕਰਦੇ, ਜਿਨ੍ਹਾਂ ਨੂੰ ਹੁਣ ਸਿਮਰਨ ਕਰਨਾ ਔਖਾ ਲੱਗਦਾ, ਸੰਗਤ ਕਰਨੀ ਔਖੀ ਲੱਗਦੀ, ਫਿਰ ਜਦੋਂ ਅੰਤ ਸਮਾਂ ਆਏਗਾ ਫਿਰ ਨਹੀਂ ਹੋਏਗਾ। ਮਹਾਰਾਜ ਇਸ ਲਈ ਫਰਮਾਉਂਦੇ ਅਬ ਨਾ ਭਜਸ ਤਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਬਈ ਜੇ ਤੁਸੀਂ ਹੁਣ ਨਹੀਂ ਭਜਨ ਕਰਦੇ, ਹੁਣ ਨਹੀਂ ਸਿਮਰਨ ਕਰਦੇ, ਜਦੋਂ ਅੰਤ ਆਊ ਫਿਰ ਹੋਊਗਾ, ਫਿਰ ਕਿੱਥੋਂ ਹੋਣਾ? ਨਾਲੇ ਅੰਤ ਦਾ ਸਾਨੂੰ ਪਤਾ ਹੀ ਨਹੀਂ ਵੀ ਕਦੋਂ ਆ ਜਾਣਾ, ਕੋਈ ਭਰੋਸਾ ਥੋੜ੍ਹੀ ਹੈ ਵੀ ਕਦੋਂ ਸਾਡਾ ਸਮਾਂ ਖਤਮ ਹੋ ਜਾਣਾ, ਕੋਈ ਪਤਾ ਨਹੀਂ। ਤਾਂਹੀਓ ਫਿਰ ਸਾਨੂੰ ਕਹਿੰਦੇ ਵੀ ਇਹਦੇ ਵਿੱਚ ਬਿਲਮ ਦੇਰੀ ਨਾ ਕਰੋ ਸਿਮਰਨ ਕਰਨ ਲੱਗਿਆ। ਬਈ ਕੋਈ ਪਤਾ ਨਹੀਂ ਸਾਡਾ ਸਮਾਂ ਕਦੋਂ ਖਤਮ ਹੋ ਜਾਵੇ। ਉਹ ਸਾਨੂੰ ਬਚਪਨ 'ਚ ਬੁਲਾ ਲੈਣ, ਉਹ ਸਾਨੂੰ ਜਵਾਨੀ 'ਚ ਬੁਲਾ ਲੈਣ ਵਾਪਸ, ਅਤੇ ਜਦੋਂ ਵਡੇਪਾ ਆ ਗਏ ਫਿਰ ਤਾਂ ਉਹਨਾਂ ਨੇ ਬੁਲਾਉਣਾ ਹੀ ਬੁਲਾਉਣਾ, ਫਿਰ ਤਾਂ ਜਾਣਾ ਹੀ ਜਾਣਾ ਸਭ ਨੇ। ਮਹਾਰਾਜ ਇਸ ਲਈ ਫਰਮਾਉਂਦੇ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਹ ਜਪ ਨੀਤ, ਕਹਾ ਵਸਾਸਾ ਦੇ ਕਾ ਬਿਲਮ ਨਾ ਕਰਿਓ ਮੀਤ। ਨਹਿ ਬਾਰਕ ਨਹਿ ਜੋਬਣੇ, ਨਾ ਬਿਰਦੀ ਕਿਛ ਬੰਦ, ਉਹ ਵੇਲਾ ਨੇ ਬੂਝੀਏ ਜੋ ਆਏ ਭਰੇ ਜਮ ਫੰਦ। ਵੀ ਉਹ ਵੇਲਾ ਪਤਾ ਨਹੀਂ ਕਦੋਂ ਆ ਜਾਣਾ, ਕਦੋਂ ਜਮਾ ਨੇ ਆ ਕੇ ਸਾਨੂੰ ਕਹਿ ਦੇਣਾ ਵੀ ਤੁਹਾਡਾ ਸਮਾਂ ਖਤਮ ਹੋ ਗਿਆ ਜੀ। ਕਦੋਂ ਉਹਨਾਂ ਨੇ ਆ ਕੇ ਗੰਢ ਖੋਲ੍ਹ ਦੇਣੀ, ਕੋਈ ਪਤਾ ਨਹੀਂ ਕਦੋਂ ਸਮਾਂ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਇਸ ਲਈ ਗੱਗਾ ਗੋਬਿੰਦ ਗੁਣ ਰਵੋ, ਵੀ ਮਾਲਕ ਦੇ ਗੁਣ ਨੇ ਜਿਹੜੇ ਉਹ ਗਾਉਂਦੇ ਰਵੋ। ਸਾਸ ਸਾਸ ਜਪ ਨੀਤ, ਬਈ ਹਰੇਕ ਸਵਾਸ ਦੇ ਨਾਲ ਤੇ ਨਿਤ ਜਪ। ਅਸੀਂ ਓਨਾ ਸਮਾਂ ਸਿਮਰਨ ਕਰਦੇ ਹੀ ਰਹਿਣਾ ਹੁੰਦਾ ਜਿੰਨਾ ਸਮਾਂ ਸਾਡੇ ਸਵਾਸ ਚੱਲਦੇ। ਮਹਾਰਾਜ ਕਹਿੰਦੇ ਤਬ ਲਗ ਤਿਸੇ ਸਰੇਵੋ ਪ੍ਰਾਣੀ, ਜਬ ਲਗ ਘਟ ਮੇ ਸਾਸਾ। ਵੀ ਜ਼ਿਆਦਾ ਕਈ ਘਟ ਦੇ ਵਿੱਚ ਸਾਹ ਚੱਲਦੇ ਅਸੀਂ ਸਿਮਰਨ ਕਰਦੇ ਹੀ ਰਹਿਣਾ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਇਹ ਸਿਮਰਨ ਕਰਦੇ ਹੋਵਾਂਗੇ ਤੇ ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਜਿਹਨੇ ਹੁਣ ਪਹਿਲਾਂ ਨਹੀਂ ਸਿਮਰਨ ਕੀਤਾ, ਇਹ ਅੰਤ ਸਮਾਂ ਦਾ ਪਤਾ ਹੀ ਨਹੀਂ ਵੀ ਕਦੋਂ ਆ ਜਾਣਾ, ਤੇ ਫਿਰ ਉਹ ਆਖੇ ਵੀ ਹੁਣ ਮੈਂ ਸਿਮਰਨ ਕਰਾਂਗਾ, ਤੇ ਉਦੋਂ ਤਾਂ ਹੁੰਦਾ ਹੀ ਨਹੀਂ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪੈਂਦੀ। ਜਿਵੇਂ ਹੁਣ ਆਪਾਂ ਸੰਸਾਰ ਦਾ ਹੀ ਕੋਈ ਕੰਮ ਕਰਨਾ ਹੋਵੇ, ਉਹਦੇ ਵਾਸਤੇ ਆਪਾਂ ਤਿਆਰੀਆਂ ਕਰਦੇ, ਪਹਿਲਾਂ ਕਿੰਨਾ ਸਮਾਂ ਤਿਆਰੀ ਸ਼ੁਰੂ ਕਰ ਦਿੰਦੇ। ਹੁਣ ਇਹ ਤਾਂ ਸਾਡਾ ਅਸਲ ਮਕਸਦ ਜੀਵਨ ਦਾ, ਸਾਡਾ ਮਨੋਰਥ, ਸਭ ਤੋਂ ਵੱਡਾ ਕਾਰਜ। ਇਹਦੇ ਵਾਸਤੇ ਜੀਵ ਸਮਝਦਾ ਵੀ ਤਿਆਰੀ ਦੀ ਲੋੜ ਹੀ ਨਹੀਂ ਜੀ, ਇਹ ਬਿਨਾਂ ਤਿਆਰੀ ਤੋਂ ਕਿਵੇਂ ਹੋ ਜਾਏਗਾ ਕਾਰਜ ਸੰਪੂਰਨ। ਸੰਸਾਰ ਦਾ ਆਪਾਂ ਕੋਈ ਵੀ ਕਾਰ ਵਿਹਾਰ ਕਰਦੇ ਹਾਂ, ਕੋਈ ਵਿਆਹ ਸ਼ਾਦੀ ਕਰਦੇ ਹਾਂ ਜਾਂ ਹੋਰ ਕੋਈ ਕਾਰੋਬਾਰ ਦੇ ਵਿੱਚ ਆਪਾਂ ਕੁਝ ਵੀ ਕਰਦੇ ਹਾਂ, ਅਤੇ ਉਹਦੇ ਵਾਸਤੇ ਪਹਿਲਾਂ ਆਪਾਂ ਕਿੰਨੀ ਤਿਆਰੀ ਕਰਦੇ ਹਾਂ। ਵਿਆਹ ਵਾਸਤੇ ਕਿੰਨੀ ਤਿਆਰੀ ਹੁੰਦੀ, ਪਹਿਲਾਂ ਕਿੰਨਾ ਸਮਾਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ, ਫਿਰ ਉਹ ਕਾਰਜ ਜਾ ਕੇ ਸੰਪੂਰਨ ਹੁੰਦਾ। ਇਹ ਸਾਡੇ ਜੀਵਨ ਦਾ ਸਭ ਤੋਂ ਵੱਡਾ ਕਾਰਜ। ਇਹਦੇ ਵਾਸਤੇ ਜੀਵ ਆਖੇ ਵੀ ਮੈਨੂੰ ਸਿਮਰਨ ਦੀ ਲੋੜ ਹੀ ਨਹੀਂ, ਮੈਨੂੰ ਤਿਆਰੀ ਦੀ ਕੀ ਲੋੜ ਹੈ, ਜਦੋਂ ਅੰਤ ਸਮਾਂ ਆਊ ਉਦੋਂ ਕਰ ਲੂੰ। ਅਤੇ ਉਦੋਂ ਫਿਰ ਕਿੱਥੇ ਹੁੰਦਾ। ਮਹਾਰਾਜ ਇਸ ਲਈ ਕਹਿੰਦੇ ਤਿਸ ਰੂਪ ਨ ਰੇਖ ਨ ਕਾਈ, ਆਵੇ ਅੰਤ ਨ ਭਜਿਆ ਜਾਈ। ਬਈ ਮਾਲਕ ਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ, ਜਦੋਂ ਤੇਰਾ ਅੰਤ ਸਮਾਂ ਆਇਆ ਫਿਰ ਤੇ ਤੋਂ ਉਹਨੂੰ ਮਿਲਿਆ ਨਹੀਂ ਜਾਣਾ, ਫਿਰ ਤੂੰ ਮੁਕਤ ਨਹੀਂ ਹੋ ਸਕਦਾ, ਕਿਉਂਕਿ ਤੂੰ ਪਹਿਲਾਂ ਅਭਿਆਸ ਨਹੀਂ ਕੀਤਾ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹਦੇ ਵਾਸਤੇ ਤੁਸੀਂ ਅਭਿਆਸ ਕਰੋ। ਬਈ ਕਿਉਂਕਿ ਸਾਡੇ ਜੀਵਨ ਦਾ ਇਹੋ ਮਕਸਦ, ਇੱਕੋ ਇੱਕ ਮਨੋਰਥ, ਪਰਮਾਤਮਾ ਵਾਹਿਗੁਰੂ ਨੂੰ ਮਿਲਣਾ, ਆਪਦੇ ਘਰ ਜਾਣਾ। ਇਹ ਸਾਡੇ ਜੀਵਨ ਦਾ ਮਕਸਦ ਉਦੋਂ ਹੀ ਪੂਰਾ ਹੁੰਦਾ ਜਦੋਂ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਲੈਂਦੇ। ਤਾਂਹੀਓ ਆਪਾਂ ਨੂੰ ਰੋਜ਼ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ
ਵੀ ਸਾਡੇ ਜੀਵਨ ਦਾ ਜਿਹੜਾ ਮਨੋਰਥ ਸੀ ਉਸ ਨੂੰ ਅਸੀਂ ਪੂਰਾ ਕਰ ਲਈਏ। ਪੂਰਾ ਕਦੋਂ ਹੋਇਆ? ਜਦੋਂ ਪਾਰ ਬ੍ਰਹਮ ਪਰਮਾਤਮਾ ਨਾਲ ਮਿਲਾਪ ਹੋ ਗਿਆ। ਤੇ ਕਹਿੰਦੇ ਹੁਣ ਸਾਡਾ ਜੀਵਨ ਦਾ ਜਿਹੜਾ ਮਕਸਦ ਸੀ ਉਹ ਪੂਰਾ ਹੋ ਗਿਆ, ਇਹ ਆਉਣ ਦਾ ਜਿਹੜਾ ਮਨੋਰਥ ਸੀ ਉਹ ਪੂਰਾ ਹੋ ਗਿਆ। ਤੇ ਆਪਾਂ ਨੂੰ ਸਮਝਾਉਂਦੇ ਵੀ ਤੁਹਾਡਾ ਵੀ ਇਹੀਓ ਮਕਸਦ ਹੈ, ਤੁਸੀਂ ਵੀ ਇਹਨੂੰ ਪੂਰਾ ਕਰੋ। ਤੇ ਉਹਨਾਂ ਨੇ ਤਾਂ ਆਪਾਂ ਨੂੰ ਦੱਸ ਦਿੱਤਾ, ਆਨੰਦ ਸੁਣੋ ਬਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਰਾ ਪਾਇਆ ਉਤਰੇ ਸਗਲ ਵਸੂਰੇ। ਵੀ ਜਦੋਂ ਅਸੀਂ ਪਾਰ ਬ੍ਰਹਮ ਨਾਲ ਮਿਲਾਪ ਕਰ ਲਿਆ ਤੇ ਮਕਸਦ ਸੀ ਜੀਵਨ ਦਾ ਪੂਰਾ ਹੋ ਗਿਆ। ਹੁਣ ਆਪਾਂ ਨੂੰ ਕਹਿੰਦੇ ਵੀ ਆਪਾਂ ਨੂੰ ਵੀ ਇਹ ਮਾਨਸ ਜਾਮਾ ਮਿਲਿਆ ਤੇ ਆਪਣਾ ਵੀ ਇਹੀਓ ਮਕਸਦ, ਇਹੀਓ ਮਨੋਰਥ। ਕਿਵੇਂ ਮਿਲਾਪ ਕਰੀਏ ਉਹ ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਦੱਸ ਦਿੱਤਾ ਸਰ, ਵੀ ਕਿਵੇਂ ਅਸੀਂ ਮਾਲਕ ਤੋਂ ਵਿਛੜੇ ਹਾਂ ਅਤੇ ਕਿਵੇਂ ਹੁਣ ਜਿਉਂਦੇ ਜੀ ਮਿਲਾਪ ਕਰ ਸਕਦੇ, ਕਿਵੇਂ ਅਸੀਂ ਜਿਉਂਦੇ ਜੀ ਮੁਕਤ ਹੋਣ। ਜੇ ਹੁਣ ਜੀਵ ਆਖੇ ਵੀ ਮੈਂ ਮਰਨ ਤੋਂ ਬਾਅਦ ਮੁਕਤ ਹੋ ਜਾਵਾਂਗਾ ਜਾਂ ਮੈਂ ਮਰਨ ਤੋਂ ਬਾਅਦ ਰੱਬ ਨੂੰ ਮਿਲ ਲੂੰ, ਜਿਹੜਾ ਜਿਉਂਦੇ ਜੀ ਜੀਵਨ ਮੁਕਤ ਨਹੀਂ ਹੋਇਆ, ਜਿਹੜਾ ਜਿਉਂਦੇ ਜੀ ਰੱਬ ਨੂੰ ਨਹੀਂ ਮਿਲਿਆ, ਉਹ ਮਰਨ ਤੋਂ ਬਾਅਦ ਰੱਬ ਨੂੰ ਨਹੀਂ ਮਿਲਣ ਲੱਗੀ। ਹੋ ਗਏ ਜਦੋਂ ਅਸੀਂ ਦੇਹ ਛੱਡ ਦਿੱਤੀ ਫਿਰ ਤਾਂ ਵਾਰੀ ਲੰਘ ਗਈ, ਫਿਰ ਤਾਂ ਮੌਕਾ ਹੀ ਲੰਘ ਗਿਆ, ਫਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਰੱਬ ਹੈ ਕਿੱਥੇ, ਫਿਰ ਤਾਂ ਸਾਨੂੰ ਜੰਮ ਲੈ ਕੇ ਜਾਣਗੇ। ਜਦੋਂ ਵਾਰੀ ਸੀ ਰੱਬ ਦੀ ਪਹਿਚਾਣ ਕਰ ਸਕਦੇ ਸੀ, ਉਦੋਂ ਤਾਂ ਰੱਬ ਦੀ ਪਹਿਚਾਣ ਨਾ ਕੀਤੀ ਵੀ ਰੱਬ ਹੈ ਕਿੱਥੇ, ਰੱਬ ਕਿਹੋ ਜਿਹਾ ਹੈ। ਜਦੋਂ ਸਮਾਂ ਹੀ ਖਤਮ ਹੋ ਗਿਆ ਤੇ ਫਿਰ ਤਾਂ ਜਮਾ ਨੇ ਲੈ ਕੇ ਜਾਣਾ, ਫਿਰ ਤਾਂ ਉਹਨਾਂ ਨੇ ਲਿਜਾ ਕੇ ਮਾਲਕ ਦੇ ਸਨਮੁਖ ਕਰਨਾ, ਫਿਰ ਤਾਂ ਅੱਗੇ ਜੂਨਾਂ ਨੇ ਫਿਰ ਤਾਂ ਕਾਰਾਂ ਦੇ ਵਿੱਚ ਭੇਜਣਗੇ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ, ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਵੀ ਭਗਤੋ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਏ। ਜੇ ਤੁਸੀਂ ਜਿਉਂਦੇ ਜੀ ਮੁਕਤ ਨਹੀਂ ਹੋਏ, ਜਿਉਂਦੇ ਜੀ ਪਰਮਾਤਮਾ ਨੂੰ ਨਹੀਂ ਮਿਲੇ, ਤੇਰੇ ਮਤ ਜਾਣੋ ਵੀ ਮਰਨ ਤੋਂ ਬਾਅਦ ਤੁਸੀਂ ਰੱਬ ਨੂੰ ਮਿਲ ਲਓਗੇ। ਅੱਗੇ ਹੋਣੀ ਤਾਂ ਸਾਨੂੰ ਵਾਰੀ ਹੈ, ਹੋਣੀ ਤਾਂ ਸਾਨੂੰ ਮੌਕਾ ਹੈ। ਆਈਓ ਸਾਨੂੰ ਰੋਜ਼ ਸਤਿਗੁਰੂ ਸਮਝਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਵੀ ਹੋਣੀ ਵਾਰੀ ਹੈ ਤੇ ਵਾਰੀ ਵੀ ਉਹਨਾਂ ਸਮੇਂ ਜਿੰਨਾ ਸਮਾਂ ਸਾਡੇ ਕੋਲ ਸਵਾਸ ਨਹੀਂ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਵੀ ਇਹ ਸਵਾਸਾਂ ਦਾ ਧਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਤੁਹਾਡਾ ਅਸਲ ਕਾਰਜ ਹੈ ਉਹਨੂੰ ਸਵਾਰ ਲਓ ਗੁਰੂ ਦੀ ਸ਼ਰਨ 'ਚ ਜਾ ਕੇ। ਸਮਾਂ ਸਾਡਾ ਰੋਜ਼ ਦੀ ਰੋਜ਼ ਬੀਤਦਾ ਜਾ ਰਿਹਾ, ਉਹਦੇ ਘਟੇ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ। ਬਈ ਹੁਣ ਅਸੀਂ ਗੁਰੂ ਦੀ ਸ਼ਰਨ 'ਚ ਜਾ ਕੇ ਜਿਹੜਾ ਸਾਡਾ ਕਾਰਜ ਵਿਗੜਿਆ ਉਸ ਕਾਰਜ ਨੂੰ ਅਸੀਂ ਹੁਣ ਛੇਤੀ ਤੋਂ ਛੇਤੀ ਸਵਾਰਨਾ ਹੁੰਦਾ। ਮਹਾਰਾਜ ਵੀ ਸਾਨੂੰ ਸਮਝਾਉਂਦੇ, ਸ਼ੀਘਰ ਕਾਰਜ ਲਿਓ ਸਵਾਰ, ਵੀ ਛੇਤੀ ਨਾਲ ਆਪਦਾ ਕਾਰਜ ਸਵਾਰ ਲਿਓ, ਇਹ ਨਾ ਹੋਵੇ ਵੀ ਸਮਾਂ ਖਤਮ ਹੋ ਜਾਏ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਕਾਰਜ ਸਾਡਾ ਇੱਕੋ ਹੀ ਹੈ, ਪਰਮਾਤਮਾ ਨੂੰ ਮਿਲਣਾ। ਤੇ ਮਿਲੀਏ ਕਿਵੇਂ? ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਸਿਮਰਨ ਕਰਕੇ ਪਹਿਲਾਂ ਆਪਦੇ ਵਿਚਾਰਾਂ ਨੂੰ ਫੁਰਨਿਆਂ ਨੂੰ ਰੋਕੋ। ਵੀ ਇਹ ਜਿਹੜੀ ਵਿਚਾਰਾਂ ਦੀ ਸਾਡੇ ਮਨ 'ਤੇ ਮੈਲ ਚੜ੍ਹੀ, ਇਹ ਮਨ ਨੂੰ ਸ਼ੁੱਧ ਕਰੋ। ਜਦੋਂ ਸਾਡਾ ਮਨ ਸ਼ੁੱਧ ਹੋਏਗਾ, ਮਨ ਨਿਰਮਲ ਹੋਏਗਾ, ਫਿਰ ਨਿਰਮਲ ਮਨ ਹੀ ਮਾਲਕ ਨੂੰ ਮਿਲ ਸਕਦਾ। ਮੇਰਾ ਪ੍ਰਭ ਸਦ ਨਿਰਮਲਾ ਮਨ ਨਿਰਮਲ ਪਾਇਆ ਜਾਏ। ਬਈ ਪਰਮਾਤਮਾ ਆਪ ਨਿਰਮਲ ਹੈ, ਉਹਨੂੰ ਮੈਲ ਨਹੀਂ ਲੱਗਦੀ ਤੇ ਸਾਡਾ ਮਨ ਮੈਲਾ ਹੈ। ਜਦੋਂ ਇਹ ਨਿਰਮਲ ਹੋ ਜਾਏਗਾ ਫਿਰ ਮਾਲਕ ਨੂੰ ਮਿਲ ਲਏਗਾ। ਹੁਣ ਕਿਵੇਂ ਸਾਡੇ ਮਨ ਨੇ ਨਿਰਮਲ ਹੋਣਾ, ਉਹਦੇ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਇਹ ਸਿਮਰਨ ਅਭਿਆਸ ਦੱਸਦੀ। ਬਈ ਹੁਣ ਸਿਮਰਨ ਕਰਕੇ ਮਨ ਦੀ ਮੈਲ ਲਾਵੋ ਤਾਂ ਕਿ ਸਾਡਾ ਮਨ ਹੈ ਜਿਹੜਾ ਨਿਰਮਲ ਹੋ ਜਾਏ। ਜਦੋਂ ਹੁਣ ਆਪਾਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਹੈ ਜਿਹੜਾ ਨਿਰਮਲ ਹੁੰਦਾ। ਫਰਮਾਉਂਦੇ ਸਾਧ ਸੰਗ ਹੋਏ ਨਿਰਮਲਾ। ਬਈ ਸਾਧ ਸੰਗਤ ਕਰਕੇ ਸਾਡੇ ਮਨ ਨੇ ਨਿਰਮਲ ਹੋ ਜਾਣਾ, ਇਹਦੀ ਮੈਲ ਉਤਰ ਜਾਣੀ।
ਹੁਣ ਕਿਵੇਂ ਅਸੀਂ ਮਨ ਦੀ ਮੈਲ ਲਾਉਣੀ, ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਸਿਮਰਨ ਅਭਿਆਸ ਕਰਨਾ ਵੱਧ ਤੋਂ ਵੱਧ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਵਿਚਾਰਨ, ਕਿਉਂਕਿ ਗੁਰਮੁਖ ਦਾ ਜਿਹੜਾ ਜੀਵਨ ਹੈ ਉਹ ਹਮੇਸ਼ਾ ਮਾਲਕ ਦਾ ਸ਼ੁਕਰਾਨਾ ਹੀ ਕਰਦੇ, ਉਹ ਰੋਸ ਨਹੀਂ ਕਰਦੇ। ਬਈ ਜੋ ਵੀ ਤੂੰ ਸਾਨੂੰ ਦਿੱਤਾ ਹੈ ਤੇਰਾ ਸ਼ੁਕਰਾਨਾ ਹੀ, ਰੋਸ ਨਹੀਂ। ਮਨਮੁਖ ਹੈ ਜਿਹੜਾ ਉਹ ਰੋਸ ਕਰਦਾ। ਇਹ ਮਾਰੇ ਤਾਈਆਂ ਫਿਰ ਸਮਝਾਉਂਦੇ ਵੀ ਜਿਹੜਾ ਮਨਮੁਖ ਮੂਡ ਹੈ ਉਹਨੂੰ ਇਹ ਨਹੀਂ ਪਤਾ ਵੀ ਮੈਂ ਸ਼ੁਕਰਾਨਾ ਕਰਨਾ, ਵੀ ਜੋ ਉਹਨੇ ਦਿੱਤਾ ਮਾਲਕ ਨੇ ਉਹਦਾ ਸ਼ੁਕਰ ਕਰੇ ਤੇ ਸਗਾ, ਤੇ ਜਿਹੜਾ ਨਹੀਂ ਦਿੱਤਾ
ਉਹਦੇ ਵਾਸਤੇ ਰੋਸ ਕਰਦਾ, ਜਿਹੜਾ ਹੈਗਾ ਉਹਦਾ ਸ਼ੁਕਰਾਨਾ ਨਹੀਂ ਕਰਦਾ, ਸ਼ੁਕਰ ਨਹੀਂ ਕਰਦਾ। ਤਾਂਹੀਓ ਮਹਾਰਾਜ ਕਹਿੰਦੇ ਵੀ ਜਿਹੜਾ ਹੈਗਾ ਜੇ ਉਹ ਵੀ ਲੈ ਲਵੇ ਵਾਪਸ, ਫਿਰ ਤੂੰ ਕੀ ਕਰ ਸਕਦਾ। ਇਸ ਲਈ ਸਤਿਗੁਰੂ ਸਮਝਾਉਂਦੇ, ਕਹਿੰਦੇ 10 ਵਸਤੂ ਲਈ ਪਾਛੇ ਪਾਵੇ, ਏਕ ਕਾਰਨ ਵਖੋਟ ਗਵਾਵੇ। ਏਕ ਵੀ ਨਾ ਦੇ 10 ਵੀ ਹੈਰ ਲਈ, ਤੋ ਮੂੜਾ ਕਹੋ ਕਹਾ ਕਰੀ। ਵੀ ਫੇਰ ਦੱਸ ਮੂਰਖਾ, ਫਿਰ ਤੂੰ ਕੀ ਕਰ ਲਏਂਗਾ, ਕਿਉਂਕਿ ਸਾਡਾ ਜਦੋਂ ਚਾਰਾ ਹੀ ਨਹੀਂ ਉਹਦੇ ਅੱਗੇ ਕੋਈ ਪੇਸ਼ ਹੀ ਨਹੀਂ ਜਾਣੀ। ਇਸ ਲਈ ਫਿਰ ਕਹਿੰਦੇ ਜਿਸ ਠਾਕਰ ਸਿਓ ਨਾਹੀ ਚਾਰਾ, ਤਾਕੋ ਕੀਜੇ ਸਦ ਨਮਸਕਾਰਾ। ਵੀ ਉਹਨੂੰ ਨਮਸਕਾਰ ਕਰ, ਤੇਰਾ ਚਾਰਾ ਨਹੀਂ ਚੱਲਣਾ ਉਹਦੇ ਅੱਗੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਦਾ ਅਸੀਂ ਸ਼ੁਕਰਾਨਾ ਹੀ ਕਰਨਾ, ਸ਼ੁਕਰ ਹੀ ਕਰਨਾ, ਕਿਉਂਕਿ ਉਹ ਤਾਂ ਹਮੇਸ਼ਾ ਭਲਾ ਹੀ ਕਰਦਾ ਸਾਡੇ ਜੀਵਨ 'ਚ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਪਰ ਉਹਦਾ ਕੀਤਾ ਹੋਇਆ ਭਲਾ ਮਨਮੁਖ ਨੂੰ ਭਲਾ ਲੱਗਦਾ, ਕਿਉਂਕਿ ਉਹਨੇ ਗੁਰੂ ਦੀ ਮੱਤ ਨਹੀਂ ਲਈ, ਉਹ ਪੁੱਠਾ ਹੀ ਚੱਲਦਾ, ਟੇਢਾ ਚੱਲਦਾ, ਉਲਟ ਚੱਲਦਾ। ਇਸ ਲਈ ਮਹਾਰਾਜ ਕਹਿੰਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੂੰ ਸਦਾ ਸਦਾ ਦਿਆਲਾ। ਵੀ ਤੂੰ ਤਾਂ ਸਦਾ ਹੀ ਦਿਆਲੂ, ਤੂੰ ਸਦਾ ਹੀ ਕਿਰਪਾਲੂ ਹੈ ਅਤੇ ਸਦਾ ਹੀ ਭਲਾ ਕਰਦਾ। ਹੁਣ ਮਾਲਕ ਦਾ ਭਲਾ ਕਰਦਾ, ਉਹਦਾ ਭਲਾ ਕੀਤਾ ਸਾਨੂੰ ਕਾਹਤੋਂ ਨਹੀਂ ਭਲਾ ਲੱਗਦਾ, ਕਿਉਂਕਿ ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ। ਜਦੋਂ ਅਸੀਂ ਗੁਰੂ ਦੀ ਮੱਤ ਲਵਾਂਗੇ, ਉਹਦਾ ਸ਼ੁਕਰਾਨਾ ਕਰਾਂਗੇ, ਸਿਮਰਨ ਕਰਾਂਗੇ, ਫਿਰ ਸਾਨੂੰ ਉਹਦਾ ਭਲਾ ਕੀਤਾ ਹੋਇਆ ਭਲਾ ਲੱਗੇਗਾ, ਕਿਉਂਕਿ ਸਾਡਾ ਫਿਰ ਸਿੱਧਾ ਹੋ ਜਾਣਾ। ਹੁਣ ਸਾਡੀ ਮੱਤ ਪੁੱਠੀ ਹੋਈ, ਜਦੋਂ ਪੁੱਠੀ ਮੱਤ ਹੋਈ ਹੁੰਦੀ ਉਦੋਂ ਸਾਨੂੰ ਮਾਲਕ ਦਾ ਭਲਾ ਜਿਹੜਾ ਉਹ ਭਲਾ ਲੱਗਦਾ। ਜਦੋਂ ਫਿਰ ਗੁਰੂ ਦੀ ਮੱਤ ਦੁਆਰਾ ਚੱਲਦੇ, ਸਾਡਾ ਸਿੱਧਾ ਹੋ ਜਾਂਦਾ ਖੇਲ, ਫਿਰ ਸਾਨੂੰ ਮਾਲਕ ਦਾ ਸਾਰਾ ਕੀਤਾ ਹੀ ਭਲਾ ਲੱਗਦਾ। ਇਹ ਕਹਿੰਦੇ ਵੀ ਸਾਰਾ ਭਲਾ ਹੀ ਹੈ, ਬੁਰਾ ਕੁਛ ਵੀ ਨਹੀਂ। ਸੋ ਇਸ ਵਾਸਤੇ ਹੁਣ ਆਪਾਂ ਇਸ ਵਾਸਤੇ ਚੱਲਣਾ ਵੀ ਵੱਧ ਤੋਂ ਵੱਧ ਅਸੀਂ ਸਿਮਰਨ ਕਰੀਏ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੀਏ, ਖੋਜੀਏ ਅਤੇ ਵੱਧ ਤੋਂ ਵੱਧ ਸਤਸੰਗਤ ਕਰੀਏ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਦੇ, ਜੋ ਆਪਣਾ ਸਮਾਗਮ ਅੱਜ ਤੋਂ ਸ਼ੁਰੂ ਹੋ ਗਏ 31 ਤਰੀਕ ਤੱਕ ਚੱਲਣਾ ਹੈ, ਪ੍ਰਭ ਮਿਲਣੇ ਕੱਚਾਓ ਮੋਗਾ। ਸੋ ਇਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਸਮਾਂ ਕੱਢ ਕੇ ਸੰਗਤ ਕਰਕੇ ਆਪਦੇ ਜੀਵਨ ਦਾ ਜੋ ਲਾਹਾ ਹੈ ਉਹ ਆਪਾਂ ਲਾਹਾ ਖੱਟ ਸਕਦੇ ਹਾਂ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਆਪਾਂ ਨੂੰ ਲਾਹਾ ਹੁੰਦਾ। ਮਹਾਰਾਜ ਫਰਮਾਉਂਦੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਯਾਦ, ਭਗਤਨ ਸੀਤੀ ਗੋਸਤੇ ਜੋ ਕੀਨੋ ਸੋ ਲਾਭ। ਵੀ ਜਿੰਨਾ ਅਸੀਂ ਸਤ ਸੰਗਤ ਕਰਾਂਗੇ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹਾ ਹੀ ਲਾਹਾ ਹੋਣਾ। ਇਸ ਲਈ ਜਿੰਨਾ ਆਪਾਂ ਸਮਾਂ ਕੱਢ ਸਕਦੇ ਹਾਂ ਸੰਗਤ ਕਰਕੇ ਜੀਵਨ ਦਾ ਲਾਹਾ ਖੱਟੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।